ਹਕ ਹਕ ਆਗਾਹ ਗੁਰ ਗੋਬਿੰਦ ਸਿੰਘ ਸ਼ਾਹ ਸ਼ਹਿਨਸ਼ਾਹ ਗੁਰ ਗੋਬਿੰਦ ਸਿੰਘ ਜੋ ਬੁਲਾਵੈ ਤੋ ਬੋਲੇ ਸੁਆਮੀ। ਕੁਦਰਤ ਕਵਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ। ਜੋ ਪ੍ਰਭ ਕੀ ਅਤ ਪਿਆਰੀ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਰਬ ਕਲਾ ਭਰਪੂਰ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਕੀ ਪਾਵਨ ਪਵਿੱਤਰ ਹਾਜ਼ੂਰੀ ਦੇ ਅੰਦਰ ਉਪਸਥਿਤ ਗੁਰੂ ਸਵਾਰੇ ਗੁਰੂ ਪਿਆਰੇ ਸਤ ਸੰਗੀ ਜਨੋ, ਅਤੀ ਉੱਤਮ ਸੁਭਾਗ ਹੈ ਜੋ ਆਪ ਸਮੂਹ ਸੰਗਤ ਦਸਵੇਂ ਪਾਤਸ਼ਾਹ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਨਿਵਾਜੀ ਹੋਈ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਪਾਤਸ਼ਾਹੀ ਦਸਵੀਂ ਨਾਢਾ ਸਾਹਿਬ ਵਿਖੇ ਅੰਮ੍ਰਿਤ ਵੇਲੇ ਤੋਂ ਦੂਰ ਨੇੜਿਓਂ ਚੱਲ ਕਰਕੇ ਹਾਜ਼ਰੀ ਭਰ ਰਹੇ ਹੋ। ਰੋਜ਼ਾਨਾ ਦੇ ਨਿਤਨੇਮ ਅਨੁਸਾਰ ਅੰਮ੍ਰਿਤ ਵੇਲੇ ਤੋਂ ਅੰਮ੍ਰਿਤਮਈ ਬਾਣੀ ਕੇ ਜਾਪ ਉਪਰੰਤ ਗੁਰੂ ਸਵਾਰੇ ਰਬਾਬੀ ਸਾਹਿਬਾਨ ਜੀ ਹੋਰਾਂ ਨੇ ਸਾਨੂੰ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਨ ਕਰਵਾਏ ਨੇ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੀ ਅਪਾਰ ਕਿਰਪਾ ਇਨ੍ਹਾਂ ਪਾਵਨ ਸਥਾਨਾਂ 'ਤੇ ਜੋ ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਨਿਤਾ ਪ੍ਰਤ ਹੁੰਦੀ ਹੈ। ਆਓ ਅੱਜ ਜੋ ਬਚਨ ਮਹਾਰਾਜ ਸਾਹਿਬ ਜੀਆਂ ਨੇ ਸਾਨੂੰ ਵਿਚਾਰ ਅਧੀਨ ਬਖਸ਼ੇ ਨੇ, ਉਹਨਾਂ ਪਾਵਨ ਪਵਿੱਤਰ ਸ਼ਬਦਾਂ ਦੀ ਵਿਚਾਰ ਦੇ ਨਾਲ ਜੁੜਨ ਦਾ ਆਪਾਂ ਇੱਕ ਯਤਨ ਕਰਦੇ ਹਾਂ। ਵਿਚਾਰਾਂ ਦੀ ਪ੍ਰਾਰੰਭਤਾ ਕਰਨ ਤੋਂ ਪਹਿਲੇ ਇੱਕ ਵਾਰ ਸਾਰੀ ਸੰਗਤ ਆਪਣੀ ਹਾਜ਼ਰੀ ਮਹਾਰਾਜ ਸਾਹਿਬ ਜੀ ਕੇ ਚਰਨਾਂ ਵਿੱਚ ਲਵਾਈਏ, ਆਸ਼ੀਸ ਪ੍ਰਾਪਤ ਕਰੀਏ। ਗੁਰੂ ਫਤਿਹ ਨਾਲ ਰਸਨਾ ਨੂੰ ਪਵਿੱਤਰ ਕਰੀਏ। ਫਤਿਹ ਪ੍ਰਵਾਨ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਭਾਈ ਸਾਹਿਬ ਜੀ ਹੋਣਾ ਨੇ ਸਾਨੂੰ ਹੁਣੇ ਹੀ ਅੰਮ੍ਰਿਤ ਬਾਣੀ ਦੇ ਉਹਨਾਂ ਸ਼ਬਦਾਂ ਦੇ ਪਾਠ ਸਰਵਣ ਕਰਵਾਏ ਨੇ, ਜਿਸ ਦੀ ਵਿਚਾਰ ਆਪਾਂ ਕਰਨੀ ਹੈ। ਤੇ ਨਾਲ ਹੀ ਅੱਜ ਦਾ ਜੋ ਪਾਵਨ ਪਵਿੱਤਰ ਦਿਹਾੜਾ ਸਮੁੱਚੇ ਹੀ ਸੰਸਾਰ ਭਰ ਵਿੱਚ ਨਾਨਕ ਨਾਮ ਲੇਵਾ ਤੇ ਹੋਰ ਵੀ ਅਨਮਤਾਂ ਦੇ ਵਿੱਚ ਮਨੁੱਖ ਬੜੀ ਸ਼ਰਧਾ ਭਾਵਨਾ ਪਿਆਰ ਸਹਿਤ ਮਨਾ ਰਿਹਾ ਹੈ। ਸ਼੍ਰੋਮਣੀ ਭਗਤ ਨਾਮਦੇਵ ਜੀ ਹੋਰਾਂ ਦੇ ਜਨਮ ਦਿਹਾੜੇ ਸੋ ਭਾਈ ਸਾਹਿਬ ਜੀ ਹੋਰਾਂ ਨੇ ਜ਼ਿਕਰ ਕੀਤਾ ਹੈ। ਤੇ ਉਸ ਭਗਤ ਦੇ ਸੰਸਾਰ ਵਿੱਚ ਜਨਮ ਲੈਣ ਦਾ ਇਹ ਜੋ ਦਿਨ ਹੈ, ਤੇ ਜਿਵੇਂ ਉਹਨਾਂ ਨੇ ਆਪਣੇ ਜੀਵਨ ਦੇ ਅੰਦਰ ਵੱਡੀ ਬਖਸ਼ਿਸ਼ ਵੱਡੀ ਕਿਰਪਾ ਕੀਤੀ, ਆਪਾਂ ਵੀ ਯਤਨ ਕਰਦੇ ਹਾਂ ਸ਼ਬਦ ਦੀ ਵਿਚਾਰ ਦੇ ਨਾਲ ਨਾਲ ਭਗਤ ਸਾਹਿਬਾਨ ਜੀ ਕੀ ਬਾਣੀ ਤੇ ਉਹਨਾਂ ਦੇ ਜੀਵਨ ਵਿੱਚ ਝਾਤ ਮਾਰਨ ਦੀ। ਸਭ ਤੋਂ ਪਹਿਲਾਂ ਮੈਂ ਇਸ ਸਥਾਨ 'ਤੇ ਮੌਜੂਦ ਸਾਰੀ ਸਿੱਖ ਸੰਗਤ ਤੇ ਲਾਈਵ ਮੀਡੀਆ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਸੁਣ ਰਹੀ ਸਾਰੀ ਸਿੱਖ ਸੰਗਤ ਨੂੰ
ਸ਼੍ਰੋਮਣੀ ਭਗਤ ਨਾਮਦੇਵ ਜੀ ਦੇ ਜੀਵਨ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੀ ਅੰਮ੍ਰਿਤ ਬਾਣੀ ਤੇ ਬਾਣੀ ਦੇ ਉਚਾਰਨ ਕਰਤਾ, ਜਿਵੇਂ ਅਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਾਂ ਹੋਰ ਗੁਰੂ ਸਾਹਿਬਾਨ ਉਹਨਾਂ ਦੇ ਜੀਵਨ ਨੂੰ, ਉਹਨਾਂ ਦੇ ਇਹ ਪ੍ਰਕਾਸ਼ ਦਿਹਾੜੇ ਜੋਤੀ ਜੋਤ ਦਿਵਸ ਅਸੀਂ ਮਨਾਉਂਦੇ ਹਾਂ, ਉਸੇ ਤਰ੍ਹਾਂ ਹੀ ਸਾਨੂੰ ਇਹਨਾਂ ਭਗਤਾਂ ਦਾ ਜੀਵਨ, ਉਹਨਾਂ ਦੇ ਇਹ ਦਿਨ ਤੇ ਉਹਨਾਂ ਦੇ ਜੋ ਜੀਵਨ ਵਿੱਚ ਘਟਨਾਵਾਂ, ਜੋ ਬਖਸ਼ਿਸ਼ਾਂ, ਉਹ ਦਿਨ ਮਨਾ ਕਰਕੇ ਵਿਚਾਰਨ ਦੀ ਲੋੜ ਹੁੰਦੀ ਹੈ। ਸੋ ਬੜਾ ਸੁਭਾਗ ਭਰਿਆ ਦਿਨ ਹੈ ਕਿ ਅੱਜ ਦੇ ਦਿਨ ਇਸ ਮਹਾਂਪੁਰਸ਼ ਨਾਮ ਰਸਿਕ ਬਾਣੀ ਦੇ ਮੁਜੱਸਮੇ, ਜਾਂ ਮੈਂ ਸ਼ਬਦ ਵਰਤਾ ਬੇਗਮਪੁਰ ਸ਼ਹਿਰ ਦੇ ਵਾਸੀ, ਆਨੰਦ ਦੇ ਦਾਤੇ ਭਗਤ ਨਾਮਦੇਵ ਜੀ, ਜਿਹੜੇ ਉਹਨਾਂ ਨੇ ਜਨਮ ਲੈ ਕਰਕੇ ਸੰਸਾਰ ਦੇ ਉਧਾਰ ਹਿੱਤ ਗੁਰਬਾਣੀ ਉਚਾਰਨ ਕੀਤੀ ਤੇ ਆਪ ਆਪਣੇ ਜੀਵਨ ਦੇ ਵਿੱਚ ਬੜਾ ਲੰਬਾ ਸਮਾਂ ਪੂਰੇ ਭਾਰਤ ਵਰਸ਼ ਵਿੱਚ ਵੱਖ-ਵੱਖ ਇਲਾਕਿਆਂ ਦੇ ਵਿੱਚ ਆਪਣੇ ਮੁਬਾਰਕ ਚਰਨ ਪਾ ਕਰਕੇ ਤੇ ਗੁਰਸਿੱਖੀ ਦਾ, ਬਾਣੀ ਦਾ, ਨਾਮ ਦਾ, ਭਗਤੀ ਦਾ ਪ੍ਰਚਾਰ ਪ੍ਰਸਾਰ ਕੀਤਾ ਹੈ। ਸੋ ਆਪਾਂ ਯਤਨ ਕਰਨਾ ਹੈ ਕਿ ਸ਼ਬਦ ਦੀ ਵਿਚਾਰ ਦੇ ਨਾਲ ਨਾਲ ਉਹਨਾਂ ਦੇ ਜੀਵਨ ਵਿੱਚੋਂ ਵੀ ਬਖਸ਼ਿਸ਼ ਮਾਣ ਸਕੀਏ। ਆਓ ਅੱਜ ਜੋ ਸ਼ਬਦ ਸਾਨੂੰ ਬਖਸ਼ਿਸ਼ ਹੋਏ ਨੇ, ਇਹ ਪਾਵਨ ਪਵਿੱਤਰ ਬਚਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਕੇ ਪਾਵਨ ਅੰਗ 461 ਦੇ ਉੱਪਰ ਉਚਾਰਨ ਹੋਇਆ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ का मुबारक अमोलक बचन, आसा महला 5वां, छंत घर 8वां, जिस दे 2 पदां ਦੀ ਵਿਚਾਰ ਕੱਲ ਆਪ ਸੰਗਤ ਨੇ ਭਾਈ ਸਾਹਿਬ ਜੀ ਹੋਰਾਂ ਪਾਸੋਂ ਸਰਵਣ ਕੀਤੀ ਸੀ, ਤੇ ਅਗਲੇ 2 ਪਦ ਜੋ ਨੇ ਉਹਨਾਂ ਦੀ ਵਿਚਾਰ ਅੱਜ ਮਹਾਰਾਜ ਸਾਹਿਬ ਜੀਆਂ ਨੇ ਸਾਨੂੰ ਉਹ ਪਾਵਨ ਬਚਨ ਬਖਸ਼ੇ ਨੇ, ਉਹਦੇ ਨਾਲ ਆਪਾਂ ਜੁੜਨਾ ਹੈ। ਸੋ ਮੈਂ ਬੇਨਤੀ ਕਰਾਂ, ਸ਼ਬਦ ਦਾ ਤੀਸਰਾ ਪਦ ਜਿੱਥੋਂ ਪ੍ਰਾਰੰਭ ਹੁੰਦਾ ਹੈ, ਆਰੰਭਲੀ ਤੁਕ ਹੈ ਅਲੀਅਲ ਗੁੰਜਾਤ, ਅਲੀਅਲ ਗੁੰਜਾਤ हे ਮਕਰੰਦ ਰਸ ਬਾਸਨ ਮਾਤ, हे ਪ੍ਰੀਤ ਕਮਲ ਬੰਧਾਵਤ ਆਪ। ਅਲੀਅਲ ਸ਼ਬਦ ਜਿਹੜਾ ਹੈ ਇਹ ਵਰਤਿਆ ਜਾਂਦਾ ਹੈ ਭਵਰੇ ਦੇ ਲਈ। ਭਵਰੇ ਦਾ ਆਪ ਸੰਗਤ ਨੂੰ ਪਤਾ ਹੈ ਕਿ ਉਹਦੇ ਅੰਦਰ, ਉਹਦੇ ਜੀਵਨ ਦੇ ਵਿੱਚ ਇੱਕ ਮਹਾਨ ਗੁਣ ਹੈ ਕਿ ਉਹ ਖਿੜੇ ਹੋਏ ਫੁੱਲਾਂ ਦੇ ਉੱਪਰ ਜਾ ਕਰ ਕੇ ਬਹੁਤ ਗੁੰਜ਼ਾਰ ਪਾਉਂਦਾ ਹੈ, ਬਹੁਤ ਰੋਲਾ ਪਾਉਂਦਾ ਹੈ, ਤੇ ਜਿੱਥੇ ਉਹ ਗੁੰਜ਼ਾਰ ਪਾਉਂਦਾ ਆਪਣੀ ਜਾਤ ਦੇ ਹੋਰ ਸਾਰੇ ਹੀ ਜਿਹੜੇ ਭਵਰੇ ਨੇ, ਜਿਹੜੇ ਹੋਰ ਜੀਵ ਨੇ, ਉਹਨਾਂ ਨੂੰ ਆਵਾਜ਼ਾਂ ਦਿੰਦਾ ਹੈ ਕਿ ਇਸ ਥਾਂ ਤੇ ਆਓ, ਇਸ ਥਾਂ ਤੇ ਕੋਈ ਨਵੇਕਲੀ ਕਿਰਪਾ ਹੈ, ਕੋਈ ਰਸ ਹੈ, ਕੋਈ ਸ਼ਹਿਦ ਹੈ, ਸਵਾਦ ਹੈ, ਆਨੰਦ ਹੈ। ਤੇ ਉਹ ਗੁੰਜਾਰਾਂ ਪਾ ਪਾ ਕਰਕੇ ਜਿੱਥੇ ਦੂਸਰਿਆਂ ਨੂੰ ਉਸ ਥਾਂ ਤੇ ਬੁਲਾਉਂਦਾ ਹੈ, ਉੱਥੇ ਆਪ ਆਪਣੇ ਜੀਵਨ ਵਿੱਚ ਇੱਕ ਵੱਖਰੀ ਖੇਡ ਖੇਡਦਾ ਹੈ। ਉਹ ਕੀ ਹੈ? ਸਾਡੇ ਵਿਦਵਾਨ ਕਹਿੰਦੇ ਨੇ, ਭਵਰਾ ਖਿੜੇ ਹੋਏ ਫੁੱਲ ਦੇ ਪਾਸ ਜਾ ਕਰ ਕੇ ਗੁੰਜ਼ਾਰ ਪਾਏਗਾ, ਤੇ ਗੁੰਜ਼ਾਰ ਪਾ ਕੇ ਰੋਲਾ ਪਾਉਂਦਾ ਹੋਇਆ ਆਪ ਉਸ ਫੁੱਲ ਦੇ ਉੱਪਰ ਬਹਿ ਜਾਏਗਾ ਤੇ ਉਸ ਫੁੱਲ ਦੇ ਰਸ ਨੂੰ ਚੱਖਣਾ ਪ੍ਰਾਰੰਭ ਕਰ ਦੇਵੇਗਾ। ਜਿਵੇਂ ਹੀ ਉਸ ਦੀ ਜੇਵਾ, ਉਸ ਦੀ ਰਸਨਾ ਨੂੰ ਉਸ ਫੁੱਲ ਦਾ ਰਸ, ਉਸ ਫੁੱਲ ਦਾ ਸ਼ਹਿਦ, ਸਵਾਦ, ਆਨੰਦ, ਮਿੱਠਾ ਜੋ ਹੈ ਉਹ ਆਉਣਾ ਸ਼ੁਰੂ ਹੁੰਦਾ ਹੈ, ਤੇ ਉਹ ਆਪਣਾ ਆਪ ਉਸ ਫੁੱਲ ਦੇ ਵਿੱਚ ਹੀ ਸਮੇਟ ਦਿੰਦਾ ਹੈ। ਇੱਕ ਇਹ ਉਦਾਹਰਨ ਹੈ, ਕਿਉਂਕਿ ਗੁਰਬਾਣੀ ਦੇ ਅੰਦਰ ਭਵਰੇ ਦਾ ਮਹਾਰਾਜ ਸਾਹਿਬ ਜੀਆਂ ਨੇ ਵੱਖ-ਵੱਖ ਥਾਵਾਂ ਤੇ ਬਹੁਤ ਜ਼ਿਕਰ ਕੀਤਾ। ਹੋਰ ਵੀ ਕੁਝ ਜੀਵਾਂ ਦਾ ਜ਼ਿਕਰ ਹੈ, ਲੇਕਿਨ ਜਿੱਥੇ ਜਿੱਥੇ ਵੀ ਇਹ ਜ਼ਿਕਰ ਕੀਤਾ ਗਿਆ, ਦੱਸਿਆ ਗਿਆ ਹੈ ਇੱਕ ਪ੍ਰੀਤ ਸੰਬੰਧੀ, ਇੱਕ ਪਿਆਰ ਸੰਬੰਧੀ, ਤੇ ਪ੍ਰੀਤ ਵਿੱਚ ਆਪਣੇ ਆਪ ਨੂੰ ਕੁਰਬਾਨ ਕਰਨਾ, ਜਾਂ ਸਾਡੇ ਵਿਦਵਾਨ ਜਿਸ ਵਿਦ ਕਹਿੰਦੇ ਨੇ ਪ੍ਰੀਤ ਦੀ ਰੀਤ ਨੂੰ ਨਿਭਾ ਜਾਣਾ। ਕੁਛ ਇਸੇ ਤਰ੍ਹਾਂ ਦੀ ਖੇਡ ਇਹ ਜਿਹੜਾ ਭਵਰਾ ਹੈ ਇਹ ਆਪਣੇ ਜੀਵਨ ਵਿੱਚ ਖੇਡ ਜਾਂਦਾ ਹੈ। ਇੱਕ ਤੇ ਫੁੱਲ ਦੇ ਉੱਪਰ ਆ ਕੇ ਗੁੰਜ਼ਾਰ ਪਾਉਣੀ, ਤੇ ਦੂਸਰਾ ਆਪ ਆਪਣੇ ਆਪ ਨੂੰ ਉਸ ਫੁੱਲ ਦੇ ਉੱਪਰ ਟਿਕਾ ਕੇ ਤੇ ਉਹਦੀ ਵਿਚਲੀ ਮਿਠਾਸ ਨੂੰ ਮਾਣਦਿਆਂ ਹੋਇਆਂ ਸਦਾ ਲਈ ਫੁੱਲ ਦਾ ਹੋ ਕੇ ਰਹਿ ਜਾਣਾ। ਮਹਾਰਾਜ ਸਾਹਿਬ ਜੀਆਂ ਨੇ ਇਤੋਂ ਭਵਰੇ ਦੇ ਜੀਵਨ ਦੀ ਇੱਕ ਉਦਾਹਰਨ ਦਿੰਦਿਆਂ ਹੋਇਆਂ ਸਾਨੂੰ ਗੁਰਮੁਖਾਂ ਨੂੰ ਪ੍ਰੇਰਨਾ ਕੀਤੀ ਹੈ।
ਇੱਕ ਤੇ ਭਗਤ ਦੇ ਜੀਵਨ ਦਾ ਗੁਣ ਦੱਸ ਦਿੱਤਾ, ਉਹਦੀ ਭਗਤੀ ਦੱਸ ਦਿੱਤੀ ਹੈ, ਤੇ ਇੱਕ ਇਸ ਬਾਣੀ, ਇਸ ਸ਼ਬਦ, ਜਾਂ ਮੈਂ ਬੇਨਤੀ ਕਰਾਂ ਗੁਰੂ ਦੇ ਚਰਨਾਂ ਦੇ ਵਿੱਚ ਸਦਾ ਦੇ ਲਈ ਉਸ ਗੁਰਮੁਖ ਨੇ ਕਿਵੇਂ ਸਮਾ ਜਾਣਾ ਹੈ, ਉਹ ਆਪਣੀ ਇਸ ਸ਼ਬਦ ਵਿੱਚੋਂ, ਇਸ ਬਾਣੀ ਵਿੱਚੋਂ ਸਾਨੂੰ ਸਮਝਾ ਦਿੱਤਾ ਹੈ। ਬਚਨ ਨੇ ਅਲੀਅਲ ਗੁੰਜਾਤ, ਅਲੀਅਲ ਗੁੰਜਾਤ, ਭਵਰਾ ਰੋਲਾ ਪਾ ਰਿਹਾ, ਗੂੰਜ ਰਿਹਾ, ਬਹੁਤ ਜ਼ੋਰ ਜ਼ੋਰ ਨਾਲ ਉਹ ਆਪਣੀ ਗੁੰਜ਼ਾਰ ਪਾ ਰਿਹਾ। ਕਿਉਂ ਪਾ ਰਿਹਾ? ਹੇ ਮਕਰੰਦ ਰਸ ਬਾਸਨ ਮਾਤ, ਮਕਰੰਦ ਤੋਂ ਭਾਵ ਸੁਗੰਧੀ, ਤੇ ਉੱਥੋਂ ਦਾ ਰਸ ਉਸ ਨੂੰ ਪ੍ਰਾਪਤ ਹੋ ਰਿਹਾ। ਉਹ ਦੱਸ ਰਿਹਾ ਹੈ ਕਿ ਇਸ ਸਥਾਨ 'ਤੇ ਕੁਝ ਹੋਰ ਵੀ ਹੈ, ਇਸ ਸਥਾਨ 'ਤੇ ਕੋਈ ਵੱਡੀ ਕਿਰਪਾ ਹੈ, ਤੇ ਨਾਲਦਿਆਂ ਨੂੰ ਕਹਿ ਰਿਹਾ ਕਿ ਤੁਸੀਂ ਵੀ ਜਲਦੀ ਆਓ ਇਸ ਸਥਾਨ 'ਤੇ, ਇੱਥੇ ਬੈਠੋ, ਇੱਥੋਂ ਦੀ ਸੁਗੰਧੀ ਚੱਖੋ, ਇੱਥੋਂ ਦਾ ਆਨੰਦ ਮਾਣੋ, ਕਿਉਂਕਿ ਇਸ ਸਥਾਨ ਦਾ ਜਿਹੜਾ ਆਨੰਦ ਹੈ ਨਾ, ਜਦੋਂ ਤੁਸੀਂ ਇੱਥੇ ਟਿਕ ਜਾਓਗੇ ਤੁਸੀਂ ਵੀ ਸਦਾ ਲਈ ਇੱਥੋਂ ਦੇ ਹੋ ਕੇ ਰਹਿ ਜਾਓਗੇ। ਤੇ ਸੱਚ ਆ ਗੁਰਮੁਖੋ, ਗੁਰੂ ਕੀ ਹਜ਼ੂਰੀ ਵਿੱਚ ਟਿਕਣ ਵਾਲੇ ਗੁਰਮੁਖ, ਜਾਂ ਅੱਜ ਜਿਸ ਭਗਤ ਦਾ ਜਨਮ ਦਿਹਾੜਾ ਸਮੁੱਚੇ ਸੰਸਾਰ ਭਰ ਵਿੱਚ ਮਨਾਇਆ ਜਾ ਰਿਹਾ, ਉਹਨਾਂ ਵੀ ਆਪਣੇ ਜੀਵਨ ਵਿੱਚ ਐਸੀ ਹੀ ਖੇਡ ਖੇਡੀ ਹੈ। ਭਗਤੀ ਦੇ ਮਾਰਗ 'ਤੇ ਤੁਰੇ, ਤੇ ਇਸ ਮਾਰਗ 'ਤੇ ਤੁਰਦਿਆਂ ਆਪਣੇ ਆਪ ਨੂੰ ਸਦਾ ਦੇ ਲਈ ਪਰਮਾਤਮਾ ਦੇ ਚਰਨਾਂ ਵਿੱਚ ਨਿਸ਼ਾਵਰ ਕਰ ਦਿੱਤਾ, ਤੇ ਐਸਾ ਇਸ ਰਸ ਵਿੱਚ ਟਿਕੇ ਕਿ ਅੱਜ ਅਸੀਂ ਉਸ ਭਗਤ ਦੀ ਬਾਣੀ ਪੜ੍ਹਦੇ ਹਾਂ, ਉਸ ਭਗਤ ਦੇ ਸ਼ਬਦ ਦੀ ਵਿਚਾਰ ਕਰਦੇ ਹਾਂ, ਤੇ ਸੱਚਮੁੱਚ ਉਹ ਆਪਣੇ ਸ਼ਬਦ ਰਾਹੀਂ ਸਾਡੇ ਵੀ ਅੰਦਰ ਨੂੰ ਆ ਭਵਰੇ ਵਾਲਾ ਰਸ ਪ੍ਰਦਾਨ ਕਰ ਦਿੰਦੇ ਨੇ, ਕਿਉਂਕਿ ਬਹੁਤ ਵੱਡੀ ਕਿਰਪਾ ਹੈ ਭਗਤ ਨਾਮਦੇਵ ਸਾਹਿਬ ਜੀ। ਮੈਂ ਬੇਨਤੀ ਕਰਾਂ, ਇਸ ਸੰਸਾਰ ਵਿੱਚ ਉਹਨਾਂ ਦਾ ਆਮਦ ਜਨਮ ਹੋਇਆ, ਸੰਸਾਰ ਵਿੱਚ ਉਹਨਾਂ ਨੇ ਜਨਮ ਲਿਆ। ਧਰਤੀ ਕਿਹੜੀ ਸੀ? ਸਾਡੇ ਵਿਦਵਾਨ ਕਹਿੰਦੇ ਨੇ ਮਹਾਰਾਸ਼ਟਰ ਦੇ ਅੰਦਰ ਜ਼ਿਲ੍ਹਾ ਸੰਤਾਰਾ, ਪਿੰਡ ਨਗਰ ਜਿਹੜਾ ਉਹਨਾਂ ਦਾ ਦੱਸਿਆ ਜਾਂਦਾ ਹੈ ਨਰਸੀ ਬਾਮਣੀ। ਪੁਰਾਤਨ ਮਹਾਨ ਕੋਸ਼ ਦੇ ਲਿਖਾਰੀ ਭਾਈ ਕਾਨ ਸਿੰਘ ਜੀ ਨਾਭਾ ਨੇ ਜੋ ਉਹਨਾਂ ਦੇ ਜੀਵਨ ਦਾ ਇਤਿਹਾਸ ਕਹਿ ਲਵਾਂ, ਜਾਂ ਜੋ ਉਹ ਸਮੇਂ ਨੂੰ ਜਿਸ ਵਿਧ ਦਰਜ ਕੀਤਾ, ਕਿਉਂਕਿ ਸਾਡਾ ਇੱਕ ਦੁਖਾਂਤ ਇਹ ਵੀ ਹੈ ਕਿ ਅਸੀਂ ਭਗਤਾਂ ਦੇ ਦਿਨ ਮਨਾਉਂਦੇ ਹਾਂ। ਸਾਡੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੀ ਅੰਮ੍ਰਿਤ ਬਾਣੀ ਦੇ ਵਿੱਚ 15 ਭਗਤਾਂ ਦੀ ਬਾਣੀ ਦਰਜ ਹੈ, ਲੇਕਿਨ ਸਾਡੇ ਪਾਸ ਉਹਨਾਂ ਸਾਰੇ ਭਗਤਾਂ ਦਾ ਜੀਵਨ ਤੇ ਉਹਨਾਂ ਦੇ ਜੀਵਨ ਦੀ ਇੱਕ ਪੁਖਤਾ ਵਿਆਖਿਆ ਕਹਿ ਲਈਏ, ਉਹਨਾਂ ਦੇ ਜੀਵਨ ਦੀਆਂ ਸਾਰੀਆਂ ਘਟਨਾਵਾਂ ਉਹ ਕਿਸੇ ਇੱਕ ਹਵਾਲੇ ਹੇਠ ਦਰਜ ਨਹੀਂ ਮਿਲਦੀਆਂ। ਇੱਕ ਦੁਖਾਂਤ ਮੈਂ ਕਹਾਂਗਾ ਕਿ ਇਤਨਾ ਸਮੇਂ ਤੋਂ ਬਾਅਦ ਵੀ ਸਿੱਖ ਉਹ ਸਾਰੀ ਚੀਜ਼ ਨੂੰ ਇੱਕ ਰਹਿ ਨਹੀਂ ਕਰ ਸਕਿਆ, ਲੇਕਿਨ ਪੁਰਾਤਨ ਸਰੋਤਾਂ ਤੋਂ ਜੋ ਸਾਨੂੰ ਜਿੰਨਾ ਕੁ ਉਹਨਾਂ ਭਗਤਾਂ ਦੇ ਜੀਵਨ ਸੰਬੰਧੀ ਮਿਲਦਾ ਹੈ, ਜਿੱਥੇ ਜਿੱਥੇ ਉਹਨਾਂ ਨੇ ਜਨਮ ਲਿਆ ਤੇ ਜਿੱਥੋਂ ਚੱਲ ਕਰਕੇ ਉਹਨਾਂ ਨੇ ਸੰਸਾਰ ਵਿੱਚ ਪ੍ਰਚਾਰ ਪ੍ਰਸਾਰ ਕੀਤਾ। ਮਹਾਨ ਕੋਸ਼ ਦੇ ਲਿਖਾਰੀ ਭਾਈ ਕਾਨ ਸਿੰਘ ਜੀ ਨਾਭਾ ਹੋਰਾਂ ਨੇ ਭਗਤ ਨਾਮਦੇਵ ਜੀ ਕੇ ਜੀਵਨ ਸੰਬੰਧੀ, ਜਨਮ ਸੰਬੰਧੀ ਜੋ ਸਥਾਨ ਲਿਖਿਆ, ਉਹ ਹੈ ਮਹਾਰਾਸ਼ਟਰ ਦਾ ਜ਼ਿਲ੍ਹਾ ਸਤਾਰਾ, ਪਿੰਡ ਨਰਸੀ ਬਾਮਣੀ, ਤੇ ਉੱਥੋਂ ਦੇ ਵਸਣ ਵਾਲੇ ਇੱਕ ਪੁਰਖ ਜਿਹੜੇ ਜਿਨ੍ਹਾਂ ਦਾ ਨਾਮ ਹੈ ਭਾਈ ਦਾਮ ਸ਼ੇਟੀ ਜੀ। ਦਾਮ ਸ਼ੇਟੀ ਜੀ ਦੇ ਘਰ ਵਿਖੇ ਇੱਕ ਪੁੱਤਰ ਦੀ ਆਮਦ ਹੁੰਦੀ ਹੈ, ਉਹਨਾਂ ਦਾ ਨਾਮ ਰੱਖਿਆ ਜਾਂਦਾ ਨਾਮਦੇਵ ਜੀ। ਉਹਨਾਂ ਦੇ ਸਤਿਕਾਰਯੋਗ ਮਾਤਾ ਜੀਆਂ ਦਾ ਨਾਮ ਹੈ ਮਾਤਾ ਗੌਨਾ ਬਾਈ ਜੀ। ਤੇ ਭਾਈ ਦਾਮ ਸ਼ੇਟੀ ਜੀ ਜਿਹੜੇ ਨੇ, ਇਹ ਵੀ ਆਪਣੇ ਜੀਵਨ ਦੇ ਅੰਦਰ ਸੁਰਤੀ ਬਿਰਤੀ ਤੇ ਰੱਬੀ ਭਗਤੀ ਵਾਲੀ ਰੱਖਦੇ ਸਨ, ਲੇਕਿਨ ਇਹਨਾਂ ਦੀ ਬਹੁਤੀ ਉਪਾਸ਼ਨਾ ਜਿਹੜੀ ਹੈ ਉਹ ਸਰਗੁਣ ਦੀ ਭਗਤੀ ਵਿੱਚ ਹੈ। ਕਿਉਂਕਿ ਸਾਡੇ ਸਿੱਖ ਵਿਦਵਾਨ ਜਾਂ ਖਾਸ ਕਰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਗੁਰੂ ਘਰ ਦੇ ਵੇਦ ਵਿਆਸ ਲਿਖਾਰੀ, ਉਹਨਾਂ ਨੇ ਭਗਤ ਨਾਮਦੇਵ ਜੀ ਕੇ ਪਿਤਾ ਜੀ ਦੇ ਜੀਵਨ ਦਾ ਜਿਹੜਾ ਕਾਰਜ ਜਾਂ ਉਹਨਾਂ ਦੀ ਜਿਹੜੀ ਭਗਤੀ ਸੰਬੰਧੀ ਸਾਖੀ ਦਰਜ ਕੀਤੀ ਹੈ, ਉਹ ਕਹਿੰਦੇ ਨੇ ਉਹ ਮੂਰਤੀ ਦੀ ਪੂਜਾ, ਸਰਗੁਣ ਦੀ ਭਗਤੀ ਵਿੱਚ ਬਹੁਤਾ ਵਿਸ਼ਵਾਸ ਰੱਖਦੇ ਸਨ। ਉਹਨਾਂ ਨੇ ਨੇਮ ਬਣਾ ਕੇ ਅਰਾਧਨਾ ਤੇ ਇੱਕ ਪਰਮਾਤਮਾ ਨੂੰ ਹੀ, ਕਿਉਂਕਿ ਇਹ ਵੀ ਇੱਕ ਬੜੀ ਵੱਡੀ ਬਖਸ਼ਿਸ਼ ਹੈ। ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਇਹ ਨਿਰਗੁਣ ਦੀ ਭਗਤੀ ਦਿੱਤੀ ਹੈ, ਸਿੱਖ ਨੂੰ ਸ਼ਬਦ ਦੇ ਲੜ ਲਾਇਆ, ਪਰੰਤੂ ਜਦੋਂ ਅਸੀਂ ਇਸ ਨਿਰਗੁਣ ਦੀ ਭਗਤੀ ਵੱਲ ਤੁਰਦੇ ਹਾਂ ਤੇ ਉਸ ਤੋਂ ਪਹਿਲਾਂ ਕੁਝ ਸਰਗੁਣੀ ਚਿੰਨ੍ਹ ਜਿਹੜੇ ਨੇ ਸਿੱਖ ਉਸ ਪਾਸੇ ਵੀ ਖਿਆਲ ਕਰਦਾ। ਜਾਂ ਭਾਰਤ ਵਰਸ਼ ਵਿੱਚ ਜਿਹੜੀ ਪਹਿਲਾਂ ਭਗਤੀ ਹੁੰਦੀ ਸੀ, ਖਾਸ ਕਰ ਜਿਹੜੇ ਭਗਤ ਜਾਂ ਉਹਨਾਂ ਦੇ ਪੁਰਾਤਨ ਪਿਛੋਕੜ ਸੰਬੰਧੀ ਜੋ ਕੁਝ ਗਿਣਿਆ ਮਿੱਥਿਆ ਜਾਂਦਾ ਸੀ, ਉਹਦੇ ਵਿੱਚ ਉਹ ਇਸ ਢੰਗ ਨਾਲ ਵੀ ਆਪਣੇ ਰੱਬ ਜੀ ਨੂੰ ਸਿਮਰਦੇ ਸਨ। ਕਿਸੇ ਮੂਰਤੀ ਨੂੰ,
ਕਿਸੇ ਵਿਸ਼ੇਸ਼ ਸਥਾਨ ਨੂੰ, ਕਿਸੇ ਵਿਸ਼ੇਸ਼ ਕਰਮ ਨੂੰ ਲੈ ਕਰਕੇ ਆਪਣੇ ਪਰਮਾਤਮਾ ਨੂੰ ਆਰਾਧਨਾ। ਚਲੋ ਮੈਂ ਬੇਨਤੀ ਕਰਾਂਗਾ, ਜੇਕਰ ਉਸ ਆਰਾਧਨ ਵਾਲੇ ਗੁਰਮੁਖ ਦਾ ਹਿਰਦਾ ਸੁੱਚਾ ਹੈ, ਭਾਵਨਾ ਸੁੱਚੀ ਹੈ, ਤੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਰੱਬ ਜੀ ਦੀ ਜਿਹੜੀ ਨਿਸ਼ਾਨੀ ਹੈ, ਰੱਬ ਜੀ ਦਾ ਜਿਹੜਾ ਪਰਮਾਤਮਾ ਦਾ ਜਿਹੜਾ ਨਿਸ਼ਾਨ ਮਿੱਥਿਆ ਹੈ ਜਾਂ ਜਿਹੜਾ ਕਰਮ ਮਿੱਥਿਆ ਹੈ, ਉਹ ਵੀ ਮਾੜਾ ਨਹੀਂ। ਕਿਉਂਕਿ ਜੇ ਸੱਚਮੁੱਚ ਕੋਈ ਠਾਕੁਰ ਨੂੰ, ਰਾਮ ਨੂੰ, ਕ੍ਰਿਸ਼ਨ ਨੂੰ, ਅੱਲਾ ਨੂੰ, ਪਰਮਾਤਮਾ ਨੂੰ ਕੋਈ ਵਿਸ਼ੇਸ਼ ਥਾਂ 'ਤੇ ਮਿੱਥ ਕੇ ਧਿਆਉਂਦਾ, ਪਰੰਤੂ ਯਾਦ ਉਹਦੀ ਵਿੱਚ ਜੁੜਦਾ ਹੈ, ਧਿਆਨ ਉਹਦੇ ਵਿੱਚ ਜੁੜਦਾ ਹੈ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉੱਥੇ ਨਿਸ਼ਾਨ ਰੱਖ ਕਰਕੇ, ਭਗਤੀ ਮੂਰਤੀ ਰੱਖ ਕਰਕੇ ਉਹਦਾ ਆਰਾਧਨਾ ਕਰਨੀ ਮਾੜੀ ਨਹੀਂ, ਪਰੰਤੂ ਭਾਵਨਾ ਕੇਵਲ ਉੱਥੇ ਨਾ ਜੁੜੀ ਹੋਵੇ ਵੀ ਰੱਬ ਸਾਰਾ ਮੂਰਤੀ ਦੇ ਵਿੱਚ ਹੀ ਸਮਾਇਆ ਹੋਇਆ, ਇਹ ਨਾ ਹੋਵੇ। ਹਾਂ, ਜੇ ਕਿਸੇ ਨੇ ਪਰਮਾਤਮਾ ਨੂੰ ਪੂਜਣਾ ਹੈ ਤੇ ਉਹਦਾ ਜੋ ਵੀ ਨਿਸ਼ਾਨ ਮੰਨਿਆ ਗਿਆ ਉਹਦੇ ਸਨਮੁਖ ਆ ਕੇ ਉਹਨੂੰ ਉਸ ਦੀ ਯਾਦ ਆਵੇ, ਨਿਰਗੁਣ ਦੀ ਯਾਦ ਆਵੇ। ਮੈਂ ਬੇਨਤੀ ਕਰਾਂ, ਭਾਈ ਦਾਮ ਸ਼ੇਟੀ ਜੀ, ਬਾਬਾ ਨਾਮਦੇਵ ਸਾਹਿਬ ਜੀ ਕੇ ਪਿਤਾ ਜੀ, ਉਹ ਆਪਣੇ ਜੀਵਨ ਵਿੱਚ ਭਗਤੀ ਕਰਦੇ ਨੇ, ਆਪਣੇ ਠਾਕੁਰ ਦੀ ਭਗਤੀ ਕਰਦੇ ਨੇ, ਤੇ ਉਹਨਾਂ ਦਾ ਇੱਕ ਨੇਮ ਹੈ, ਆਰਾਧਨ ਤੋਂ ਬਾਅਦ ਉਹ ਰੋਜ਼ ਇੱਕ ਮੂਰਤੀ ਦੇ ਸਨਮੁਖ ਸੁੱਚੇ ਪਾਤਰ ਵਿੱਚ ਦੁੱਧ ਲੈ ਕਰਕੇ ਤੇ ਆਪਣੇ ਪਰਮਾਤਮਾ ਜੋ ਜਿਸ ਥਾਂ 'ਤੇ ਬੈਠ ਕਰਕੇ ਉਹ ਆਰਾਧਨਾ ਕਰਦੇ ਨੇ, ਉਸ ਨੂੰ ਭੋਗ ਲਵਾਉਂਦੇ ਨੇ। ਉਹ ਕੁਝ ਇਸ ਤਰੀਕੇ ਨਾਲ ਆਪਣੇ ਰੱਬ ਨੂੰ, ਪਰਮਾਤਮਾ ਨੂੰ ਸਿਮਰਦੇ ਸਨ। ਪਰੰਤੂ ਉਹਨਾਂ ਦੇ ਘਰ ਵਿਖੇ ਜਦੋਂ ਇਸ ਮਹਾਨ ਪਵਿੱਤਰ ਆਤਮਾ ਨਾਮ ਰਸਿਕ ਪੁਰਖ ਦਾ ਜਨਮ ਹੋਇਆ, ਤੇ ਉਹਨਾਂ ਨੇ ਇਸ ਤੋਂ ਵੀ ਅੱਗੇ ਜਾ ਕਰਕੇ ਆ ਜਿਹੜੀ ਨਿਰਗੁਣ ਦੀ ਭਗਤੀ, ਸਾਨੂੰ ਸ਼ਬਦ ਦੀ ਭਗਤੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਵਿੱਚ ਦਿੱਤੀ ਗਈ ਹੈ, ਇਸ ਤੋਂ ਵੀ ਅੱਗੇ ਜਾ ਕੇ ਖੇਡ ਵਰਤਾਈ। ਤੇ ਕੇਵਲ ਖੇਡ ਨਹੀਂ ਵਰਤਾਈ, ਸਾਨੂੰ ਵੀ ਸਾਰੇ ਸੰਸਾਰ ਦੇ ਲੋਕਾਂ ਨੂੰ ਹੋਕਾ ਦੇ ਕੇ ਦੱਸਿਆ ਕਿ ਜੇ ਆਰਾਧਨਾ ਹੈ ਤੇ ਉਸ ਨਿਰਗੁਣ ਨੂੰ ਆਰਾਧੋ, ਜਿਨੇ ਆਪਣੀ ਸਾਰੀ ਕਲਾ ਆਪਣੇ ਸ਼ਬਦ ਵਿੱਚ ਤੇ ਆਪਣੀ ਪ੍ਰੇਮਾ ਭਗਤੀ ਵਿੱਚ ਟਿਕਾਈ ਹੋਈ ਹੈ। ਕਿਉਂਕਿ ਭਗਤ ਨਾਮਦੇਵ ਜੀ ਦਾ ਜੀਵਨ, ਭਗਤ ਨਾਮਦੇਵ ਜੀ ਕੇ ਜੀਵਨ ਨਾਲ ਜੁੜੀਆਂ ਹੋਈਆਂ ਸਾਖੀਆਂ ਜਾਂ ਭਗਤ ਨਾਮਦੇਵ ਜੀ ਕੀ ਉਚਾਰਨ ਹੋਈ ਬਾਣੀ, ਗੁਰੂ ਗ੍ਰੰਥ ਸਾਹਿਬ ਵਿੱਚ ਆਏ ਹੋਏ ਸ਼ਬਦ, ਕੁਝ ਇਸ ਢੰਗ ਨਾਲ ਜਦੋਂ ਅਸੀਂ ਪੜ੍ਹਦੇ ਹਾਂ ਨਾ ਗੁਰਮੁਖੋ, ਕਈ ਵਾਰ ਪੜ੍ਹਦਿਆਂ ਮਹਿਸੂਸ ਵੀ ਹੁੰਦਾ ਹੈ ਵੀ ਉਹਨਾਂ ਦੇ ਨਾਲ ਨਾਲ ਕੁਝ ਵੱਖਰੀਆਂ ਨਵੇਕਲੀਆਂ ਘਟਨਾਵਾਂ ਵਰਤਦੀਆਂ ਪਈਆਂ ਨੇ। ਜਿਵੇਂ 3-4 ਸਾਖੀਆਂ ਦਾ ਸਾਡੇ ਵਿਦਵਾਨਾਂ ਨੇ ਬਹੁਤ ਜ਼ਿਕਰ ਕੀਤਾ। ਇੱਕ ਤੇ ਆਪ ਸੰਗਤ ਨੇ ਸੁਣੀ ਹੋਣੀ, ਜਿਸ ਵਕਤ ਉਹਨਾਂ 'ਤੇ ਮੁਸ਼ਕਲ ਆਈ, ਸੁਲਤਾਨ ਨੇ, ਸਮੇਂ ਦੇ ਬਾਦਸ਼ਾਹ ਮੁਹੰਮਦ ਬਿਨ ਤੁਗਲਕ ਨੇ ਜਿਸ ਵਕਤ ਉਹਨਾਂ ਨੂੰ ਬੰਨਿਆ, ਉਹਨਾਂ ਨੇ ਸ਼ਬਦ ਦਾ ਆਰਾਧਨ ਕੀਤਾ, ਤੇ ਦੂਜੇ ਪਾਸੇ ਕਰਾਮਾਤ ਵਰਤਦੀ ਹੈ। ਇੱਕ ਜਿਸ ਜਾਤ ਮਜ਼ਹਬ ਨਾਲ, ਜਿਸ ਵਰਨ ਨਾਲ ਉਹ ਸੰਬੰਧਿਤ ਸੰਸਾਰ ਵਿੱਚ ਆਏ ਨੇ, ਉੱਥੋਂ ਉਹਨਾਂ ਦੀ ਨਰਾਦਰੀ ਬਹੁਤ ਕੀਤੀ ਜਾਂਦੀ ਹੈ। ਉਸ ਵਕਤ ਉਹਨਾਂ ਨੇ ਆਪਣੇ ਪਰਮਾਤਮਾ ਸ਼ਬਦ ਦਾ ਆਰਾਧਨ ਕੀਤਾ, ਨਿਰਗੁਣ ਪਰਮਾਤਮਾ ਦੀ ਭਗਤੀ ਵਿੱਚ ਜੁੜੇ, ਤੇ ਉਹਨਾਂ ਦੇ ਨਾਲ ਇਹ ਘਟਨਾ ਵਰਤ ਜਾਂਦੀ ਹੈ, ਦੇਹਰਾ ਫਿਰਨਾ। ਬਹੁਤ ਵੱਡੇ ਪੱਧਰ 'ਤੇ ਵਿਦਵਾਨ ਜ਼ਿਕਰ ਕਰਦੇ ਨੇ। ਇੱਕ ਬਾਦਸ਼ਾਹ ਦੀ ਵਿਰੋਧਤਾ ਦੇ ਨਾਲ ਸੇਜਾਂ ਨੂੰ ਨਿਕਸਾਉਣਾ, ਪ੍ਰਗਟ ਕਰਨਾ, ਭਗਤ ਨਾਮਦੇਵ ਜੀ ਕੇ ਜੀਵਨ ਨਾਲ ਇੱਕ ਵੱਡੀ ਕਰਾਮਾਤ ਕਲਾ ਇਹ ਵਰਤਦੀ ਹੈ ਕਿ ਉਸ ਸੰਸਾਰ ਇਹਦੇ ਤੋਂ ਵੇਖ ਕਰਕੇ ਪ੍ਰਭਾਵਿਤ ਹੁੰਦਾ ਹੈ। ਇਸ ਤਰੀਕੇ ਦੇ ਨਾਲ ਭਗਤ ਨਾਮਦੇਵ ਜੀ ਕੇ ਜੀਵਨ ਦੇ ਵਿੱਚ ਕੁਝ ਐਸੀਆਂ ਵੱਡੀਆਂ ਖੇਡਾਂ ਵਰਤਦੀਆਂ ਨੇ, ਜਿਨ੍ਹਾਂ ਨੂੰ ਅੱਜ ਅਸੀਂ ਵੀ ਸੁਣਦੇ ਪੜ੍ਹਦੇ ਹਾਂ, ਅਤੇ ਕਈ ਵਾਰ ਮਨ ਉਸ ਪਾਸੇ ਤੁਰਦਾ ਹੈ ਵੀ ਇਹ ਕਿਵੇਂ ਹੋ ਸਕਦਾ ਹੈ। ਪਰੰਤੂ ਮੈਂ ਬੇਨਤੀ ਕਰਾਂ, ਜਿਹੜਾ ਗੁਰਮੁਖ ਨਿਰੰਤਰ ਇੱਕ ਨਿਰਗੁਣ ਦੀ ਭਗਤੀ ਸ਼ਬਦ ਦੇ ਵਿੱਚ ਟਿਕ ਗਿਆ, ਆਪਣੇ ਪਰਮਾਤਮਾ ਦੇ ਵਿੱਚ ਅਭੇਦ ਹੋ ਗਿਆ, ਉਹਦੇ ਨਾਲ ਜਦੋਂ ਕੋਈ ਵੀ ਕੁਝ ਹੁੰਦਾ ਹੈ ਜਾਂ ਕੋਈ ਧੱਕਾ ਕਰਦਾ ਹੈ ਜਾਂ ਕਿਤੇ ਕੋਈ ਹੇਠੀ ਹੁੰਦੀ ਹੈ, ਤੇ ਉਹ ਆਪਣੇ ਰੱਬ ਨੂੰ ਧਿਆ ਲੈਂਦਾ ਹੈ, ਆਪਣੇ ਪਰਮਾਤਮਾ ਨੂੰ ਧਿਆ ਲੈਂਦਾ। ਹੁਣ ਜਦੋਂ ਧਿਆਉਂਦਾ ਹੈ ਤੇ ਪਰਮਾਤਮਾ ਦੀ, ਪ੍ਰਭੂ ਦੀ ਕਿਰਪਾ ਦੇ ਨਾਲ ਉਹਦੇ ਨਾਲ ਇੱਕ ਨਵੀਂ ਘਟਨਾ ਵਰਤ ਜਾਂਦੀ ਹੈ। ਕੁਝ ਇਸੇ ਤਰ੍ਹਾਂ ਦਾ ਲਗਭਗ ਜਿਤਨੇ ਵੀ ਭਗਤ ਨੇ ਉਹਨਾਂ ਸਾਰਿਆਂ ਦੇ ਜੀਵਨ 'ਚ ਸਾਨੂੰ ਸਾਖੀਆਂ ਪੜ੍ਹਨ ਨੂੰ ਪਈਆਂ ਮਿਲਦੀਆਂ ਨੇ, ਜੋ ਸਾਡੇ ਇਤਿਹਾਸ ਵਿੱਚ ਦਰਜ ਨੇ। ਹਰ ਭਗਤ ਦੇ ਜੀਵਨ ਵਿੱਚ ਕੋਈ ਨਾ ਕੋਈ ਐਸੀ ਸਾਖੀ ਹੈ ਜਿਹੜੀ ਇੱਕ ਸਾਡੇ ਸੰਸਾਰਿਕ ਧਿਆਨ ਦੇ ਵਿੱਚ ਤੇ ਕਰਾਮਾਤ ਲੱਗੇਗੀ, ਲੇਕਿਨ ਉਹਨਾਂ ਦੇ ਨਾਲ ਜੋ ਕਰਤੱਵ, ਜੋ ਕੌਤਕ ਚੱਲਦਾ ਪਿਆ ਹੈ, ਉਹ ਇੱਕ ਆਮ ਸਧਾਰਨ ਬਾਤ। ਉਹਨਾਂ ਨੂੰ ਇਹ ਨਹੀਂ ਵੀ ਉਹ ਕੋਈ ਕਰਾਮਾਤ ਕਰ ਰਹੇ ਨੇ, ਲੇਕਿਨ ਉਹ ਜਿਸ ਵਕਤ ਆਪਣੇ ਰੱਬ ਦੇ ਚਰਨਾਂ ਦੇ ਅੰਦਰ ਧਿਆਨ ਕਰਦੇ ਨੇ, ਆਪਣੇ ਪਰਮਾਤਮਾ ਨੂੰ ਧਿਆਉਂਦੇ ਨੇ, ਤੇ ਪਰਮਾਤਮਾ ਉਹਨਾਂ ਦੀ ਰੱਖਿਆ ਦੇ ਲਈ ਇੱਧਰ ਸੰਸਾਰ ਵਿੱਚ ਖੇਡ ਵਰਤਾਉਂਦਾ ਹੈ।
मैं बेनती करा, भगत नामदेव जी के जीवन में ऐसी बड़ी वड्डी बख्शिश है। जदों वो इस मार्ग ते आए, जदों उन्होंने सरगुण तो तां निर्गुण की भगती में ध्यान किया, तो उस तो बाद उन्होंने रब्बी बाणी, रब्बी ध्यान, वड्डी किरपा जो प्राप्त हुई, तो जिथे उन्होंने रब्बी किरपा नूं माणिया, उत्थे ही उन्होंने अपने समाज की विरोधता नूं भी झल्लिया। ये भी एक साडे लई विचारन वाला पक्ष है, क्योंकि इस भारत वर्ष के अंदर, इस देश दे विच होए बहुत ने, भगत बहुत होए ने, नाम बाणी वाले गुरमुख, इत्थों तक भी गुरु नानक साहब भी इसे धरती ते निवाजते हैं, इसे धरती ते प्रगट होंदे ने। परंतु दुखांत ये रहा है इस थां दा भी इतनी वड्डी कमाई वालियां नूं इस लोकाई ने, इस देशवासियों ने, इत्थे वसन वाली खलकत ने पहचानण विच बहुत देर कीती है, समझण विच बहुत समा लाया, जल्दी पहचान नहीं सके। तो जदों समा लाया, जदों तक उहदी कोई पहचान हुई, उदों तक वो अपना शरीर त्याग के संसार विचों जांदे रहे। एक साडा वड्डा दुखांत मैं कहांगा, ਜਿਹੜੇ ਜਿਹੜੇ भगत इस संसार ਵਿੱਚ आए, खासकर जिमें भगत कबीर साहब जी, भगत नामदेव साहब जी, भगत रविदास साहब जी, त्रिलोचन साहब जी, भगत सैन जी, भगत सदना जी आदਿਕ, ये बड़ी वड्डी कमाई वाले महापुरख असीं इन्हां नूं कहांगे। भगत परमात्मा विच टिकिया होया, भगत का बहुत उच्चा दर्जा है, लेकिन जिथे इस संसार विच बैठ करके साडे वर्गे मनुक्खां नूं ज्ञान देण दा यतन पै करदे ने, उत्थे वेखण विच की आउंदा है कि समय दा, उस समय दा समाज, या मैनूं माफ़ कर दिओ, अज दे समय दा समाज भी इस गल्लों उस भगत की नखेधी करन दे लई पिछा नहीं हटदा। उस वक्त भी ते अज भी ठीक है, भावें अज उन्हां दी बाणी गुरु ग्रंथ साहिब जियां दे विच दर्ज है, ते सिख, सारा सिख जगत ही गुरु ग्रंथ साहिब जियों को नमस्कार करके भगतां दा सन्मान करदा। परंतु तुसीं अज भी वेखोगे, जिथे जिथे इन्हां भगतां दे दिन मनाए जाते हैं या कोई पुरब आउंदे ने, उस ढंग नाल या उस तरीके नाल जिहड़ा दर्जा गुरु नानक साहिब जी ने इन्हां भगतां नूं दिता, मैनूं लगदा भी अजे तक भी वो पदवी की जानकारी होने के बावजूद भी असीं इन्हां भगतां नूं वो दर्जा नहीं दे सके, असीं वो भगतां नूं वो स्थान नहीं दे सके। अजे तक भी सानूं ये लग रहा है, इसे करके ही ना जितने भी भगत ने गुरु ग्रंथ साहिब जियां दे विच, भगत कबीर जी का पुरब आउंदा है, ये दिन आउंदा है, जन्म दिहाड़ा भगत नामदेव जियां दा असीं मना रहे हैं, भगत रविदास साहब जियां दा, किते ना किते कोई ना कोई वखरेवा अज भी खड़ा, तां ही ये अज दा भी समाज उस तरीके नाल सानूं फिर वंडिया होया नज़र आ रहा है। कोई अपने आप नूं उस कुल नाल जोड़ के उन्होंने अपना गुरु बना रहा, कोई किसी तरीके, कोई किसी तरीके। ये एक उकाई है, इत्थे सानूं होर दीर्घ विचार की लोड़ है, क्योंकि गुरु नानक साहब जी ने जिस वक्त इन्हां भगतां नूं वेख्या, ते गुरु नानक साहब जी नूं इन्हां भगतां दे अंदर रब्बी सद जो बाणी वो आउंदी, जो उहदे विच किरपा नज़र आई, गुरु नानक साहब जी ने झट लाया, उन्हां भगतां नूं अपने बराबर दे सिंघासन ते बिठा दिता। क्योंकि गुरु ग्रंथ साहब जी दे विच गुरु नानक साहब जी की बाणी, पोथी की शुरुआत गुरु बाबा जी के जप तो हुई सी, परंतु जिथे जिथे ऐसे कमाई वाले मिलते जा रहे सन, जारत यात्रा के दौरान जिथे जिथे उन्होंने पता लग रहा सी, वो उस स्थान पर पहुँच करके तो उन्होंने बाणी नूं अपनी पोथी में दर्ज कर रहे सन। अज यही कारण है गुरु ग्रंथ साहिब सारे भगतां की बाणी है। जे भगत नामदेव जियां दा पिछोकड़ असीं वेखीए, जो तारीखी हवाले उन्हां दी जन्म तारीख सानूं मिलती है, बिक्रमी संमत मुताबक 1328 विद्वान लिखते हैं, ईसवी सन मुताबक 1271 विद्वान लिखते हैं। तो जो उन्हां दा संसार तो प्याना दिवस असीं कहांगे, ज्योति जोत समाउणा या शरीर त्यागना, वो बिक्रमी संमत मुताबक जिहड़ा है सानूं 1408 ते ईसवी सन मुताबक 1350 के लागे का मिलता है। तो जे ध्यान नाल वेखीए तो गुरु नानक साहब महाराज जी कोई 198 साल बाद इस धरती ते अवतार धारण करते हैं। इन्ना समा पहला ये भगत धरती ते आ चुक्या। उन्होंने अपनी जिंदगी में एक वड्डा प्रचार प्रसार किया, कर्म कांड का खंडन किया, अपनी जिंदगी दे विच एक नवेकले ढंग नाल इस भारत वर्ष के लोगों को रब्बी भगती में टिकन का उपदेश दिता है, एक नवीं साधना दी है, कर्म कांड तो छुटाया।
ਤੇ ਜਿੱਥੇ ਉਹ ਆਪਣੇ ਢੰਗ ਨਾਲ ਗੁਰਮਤਿ ਦਾ ਇਹ ਪ੍ਰਚਾਰ ਕਰ ਰਹੇ ਨੇ, ਉੱਥੇ ਹੀ ਸਮੇਂ ਦਾ ਸਮਾਜ ਜਾਂ ਜਿਸ ਵਰਨ ਨਾਲ, ਜਿਸ ਕੁਲ ਨਾਲ ਉਹ ਸੰਬੰਧਿਤ ਪੈਦਾ ਹੋਏ ਨੇ, ਉਹਨਾਂ ਦੀ ਥਾਂ ਥਾਂ 'ਤੇ ਨਿਖੇਧੀ ਵੀ ਕਰਦਾ ਜਾ ਰਿਹਾ। ਮੈਂ ਦੁਬਾਰਾ ਫਿਰ ਬੇਨਤੀ ਕਰਾਂਗਾ, ਅੱਜ ਸਾਨੂੰ ਇਸ ਗੱਲ 'ਤੇ ਬਹੁਤ ਵਿਚਾਰਨ ਦੀ ਲੋੜ ਹੈ, ਕਿਉਂਕਿ ਮੈਨੂੰ ਕਿਤੇ ਕਿਤੇ ਲੱਗਦਾ ਹੈ ਵੀ ਅਜੇ ਤੱਕ ਵੀ ਸਾਡੇ ਸਮਾਜ ਨੇ ਉਹਨਾਂ ਭਗਤਾਂ ਨੂੰ ਉਹ ਦਰਜਾ ਨਹੀਂ ਦਿੱਤਾ। ਭਾਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੇ ਅੰਦਰ ਗੁਰੂ ਨਾਨਕ ਸਾਹਿਬ ਨੇ ਉਸੇ ਦਿਨ ਹੀ ਉਹਨਾਂ ਦੀ ਬਾਣੀ ਲਿਖ ਕੇ ਸਤਿਕਾਰ ਐਡਾ ਵੱਡਾ ਕੀਤਾ ਵੀ ਆਪਣੇ ਨਾਲ ਬਿਠਾ ਲਿਆ। ਉਹ ਗੁਰੂ ਨਾਨਕ ਸਾਹਿਬ ਜੀ ਕੀ ਕਿਰਪਾ ਹੈ, ਗੁਰੂ ਨਾਨਕ ਸਾਹਿਬ ਜੀ ਕਾ ਵਡੱਪਨ ਵੀ ਜਿੱਥੇ ਜਿੱਥੇ ਵੀ ਕੋਈ ਰੱਬੀ ਇਬਾਦਤ ਵਾਲਾ, ਇਲਾਹੀ ਸੱਦ ਗਾਉਣ ਵਾਲਾ ਬੈਠਾ, ਗੁਰੂ ਨਾਨਕ ਸਾਹਿਬ ਨੇ ਸਭ ਨੂੰ ਸਤਿਕਾਰ ਦਿੱਤਾ। ਤੇ ਸਾਨੂੰ ਵੀ ਉਸੇ ਤਰੀਕੇ ਹੀ ਇਹ ਦਿਨ ਮਨਾਉਣੇ ਚਾਹੀਦੇ ਨੇ। ਜਦੋਂ ਜਦੋਂ ਇਹ ਦਿਨ ਆਉਣ, ਕਿਸੇ ਵੀ ਭਗਤ ਦਾ ਜਨਮ ਦਿਹਾੜਾ ਆਵੇ, ਸਿੱਖ ਯਤਨ ਕਰੇ ਵੀ ਜਿਵੇਂ ਅਸੀਂ ਗੁਰਪੁਰਬ ਮਨਾਉਣੇ ਆ, ਉਸੇ ਤਰੀਕੇ ਵੱਡੇ ਪੱਧਰ 'ਤੇ ਹੁਮ ਹੁਮਾ ਕੇ, ਤਾਂ ਜੋ ਆ ਜਿਹੜੀ ਅੱਜ ਵੀ ਵਰਨ ਵੰਡ ਜੀ ਬਣਦੀ ਜਾ ਰਹੀ ਹੈ ਨਾ, ਤੁਸੀਂ ਵੇਖੋ ਕਬੀਰ ਪੰਥੀ ਵੱਖਰੇ ਜਾ ਰਹੇ ਨੇ, ਰਵਿਦਾਸ ਵਾਲੇ ਉਹ ਆਪਣੇ ਤਰੀਕੇ ਨਾਲ ਵੱਖਰਾ ਕਰ ਰਹੇ ਨੇ, ਨਾਮਦੇਵ ਜੀ, ਗੁਰੂ ਨਾਨਕ ਸਾਹਿਬ ਨੇ ਤਾਂ ਸਾਡੇ ਨਾਲ ਬਿਠਾਇਆ, ਸਾਡੇ ਲਈ ਉਹ ਵੀ ਪੂਜਣਯੋਗ ਨੇ। ਜਿੱਥੇ ਗੁਰੂ ਨਾਨਕ ਸਾਹਿਬ ਅਸੀਂ ਉਹਨਾਂ ਨੂੰ ਸਿਜਦਾ ਕਰਦੇ ਹਾਂ, ਉੱਥੇ ਅਸੀਂ ਭਗਤ ਨਾਮਦੇਵ ਜੀਆਂ ਨੂੰ ਵੀ ਪ੍ਰਣਾਮ ਕਰਦੇ ਹਾਂ। ਪਰੰਤੂ ਅੱਜ ਫਿਰ ਸਾਡੇ ਸਮਾਜ ਵਿੱਚ ਇੱਦਾਂ ਦਾ ਇੱਕ ਸਿਸਟਮ ਚੱਲ ਰਿਹਾ, ਵਿਚਾਰਨ ਦੀ ਲੋੜ ਹੈ। ਭਗਤ ਨਾਮਦੇਵ ਜੀਆਂ ਨੇ ਬੜੀ ਵੱਡੀ ਕਿਰਪਾ ਕੀਤੀ ਇਸ ਸੰਸਾਰ ਵਿੱਚ। ਸਾਡੇ ਵਿਦਵਾਨ ਲਿਖਦੇ ਨੇ ਕਿ ਉਹਨਾਂ ਨੇ ਮਹਾਰਾਸ਼ਟਰ ਦੀ ਧਰਤੀ, ਜ਼ਿਲ੍ਹਾ ਸਤਾਰਾ, ਜਿੱਥੇ ਉਹਨਾਂ ਦਾ ਜਨਮ ਹੋਇਆ, ਉਸ ਸਥਾਨ ਤੋਂ ਤੁਰ ਕਰਕੇ ਤੇ ਲਗਭਗ ਅੱਧੇ ਨਾਲੋਂ ਜ਼ਿਆਦਾ ਭਾਰਤ ਵਿੱਚ ਆਪਣੇ ਪੈਰੀ ਭਰਮਣ ਕਰਕੇ, ਜਿਵੇਂ ਗੁਰੂ ਨਾਨਕ ਸਾਹਿਬ ਜੀਆਂ ਨੇ ਉਦਾਸੀ ਕੀਤੀ, ਇਸੇ ਤਰ੍ਹਾਂ ਉਹਨਾਂ ਨੇ ਵੀ ਵੱਖ-ਵੱਖ ਸਥਾਨਾਂ 'ਤੇ ਜਾ ਕਰਕੇ, ਇੱਥੋਂ ਤੱਕ ਵੀ ਉਸ ਦੇਸ਼ ਤੋਂ ਤੁਰ ਕਰਕੇ ਪੰਜਾਬ ਦੇਸ਼ ਵਿੱਚ ਗੁਰਦਾਸਪੁਰ ਆਦਿਕ ਇਹਨਾਂ ਇਲਾਕਿਆਂ ਤੱਕ ਵੀ ਉਹ ਭਗਤ ਨੇ ਆਪਣੇ ਜੀਵਨ ਵਿੱਚ ਪ੍ਰਚਾਰ ਪ੍ਰਸਾਰ ਕੀਤਾ। ਤੀਰਥ ਸਥਾਨਾਂ 'ਤੇ ਗਏ, ਹੋਰ ਵੱਖ-ਵੱਖ ਸਥਾਨਾਂ 'ਤੇ ਗਏ। ਭਾਵੇਂ ਕਿ ਗੁਰਬਾਣੀ ਦੇ ਸ਼ਬਦਾਂ ਮੁਤਾਬਕ ਬਹੁਤ ਥਾਵਾਂ 'ਤੇ ਉਹਨਾਂ ਨੂੰ ਆਪਣੀ ਪੁਰਾਤਨ ਜੋ ਪਿਛੋਕੜ, ਜੋ ਜਾਤ ਵਰਨਾ, ਉਸ ਕਰਕੇ ਉਹਨਾਂ ਨੂੰ ਬਹੁਤ ਕੁਝ ਝੱਲਣਾ ਵੀ ਪਿਆ, ਬੜੀਆਂ ਮੁਸ਼ਕਲਾਂ ਵੀ ਆਈਆਂ। ਕਿਉਂਕਿ ਜਦੋਂ ਇੱਕ ਭਗਤ ਆਪਣੀ ਬਾਣੀ ਦੇ ਵਿੱਚ ਇਹ ਸ਼ਬਦ ਲਿਖਦਾ ਹੈ ਨਾ, ਹੀਨੜੀ ਜਾਤ ਮੇਰੀ ਜ਼ਾਦ ਮਰਾਇਆ, ਛਿਪੈ ਕਾ ਜਨਮ ਕਾਹੇ ਕੋ ਆਇਆ, ਉੱਥੇ ਉਹ ਸਾਡੇ ਵਰਗੇ ਸੰਸਾਰੀਆਂ ਨਾਲ ਗਿਲਾ ਨਹੀਂ ਕਰਦਾ, ਕਿਉਂਕਿ ਉਹਨੂੰ ਤਾਂ ਪਤਾ ਹੈ ਵੀ ਇਹ ਜਿੰਨੀ ਕੁ ਸਮਝ ਦੇ ਮਾਲਕ ਨੇ, ਹੁਣ ਮੈਂ ਇਹਨਾਂ ਨਾਲ ਕੀ ਲੜਾਂ, ਇਹ ਤਾਂ ਮੈਨੂੰ ਕਹਿ ਹੀ ਰਹੇ ਨੇ ਵੀ ਤੂੰ ਨੀਵੀਂ ਕੁਲ ਦਾ ਹੈ, ਤੂੰ ਨੀਵੀਂ ਜਾਤ ਦਾ ਹੈ। ਪਰ ਆਪਣੇ ਪਿਆਰੇ ਪਰਮਾਤਮਾ ਦੇ ਅੱਗੇ ਅਰਦਾਸ ਜ਼ਰੂਰ ਕਰਦਾ ਹੈ, ਉਹਨੂੰ ਜ਼ਰੂਰ ਕਹਿੰਦਾ ਵੀ ਜੇ ਜਾਤ ਕਰਕੇ ਹੀ ਮਨੁੱਖ ਉੱਚਾ ਹੁੰਦਾ ਤੇ ਫਿਰ ਤੇ ਇਹ ਤੂੰ ਮੈਨੂੰ ਵੀ ਕਿਸੇ ਵੱਡੀ ਜਾਤ ਵਿੱਚ ਜਨਮ ਦੇ ਦਿੰਦਾ, ਫਿਰ ਤੇ ਮੈਂ ਵੀ ਕਿਸੇ ਚੰਗੀ ਕੁੱਲ ਵਿੱਚ ਹੋ ਜਾਂਦਾ। ਪਰੰਤੂ ਜੇ ਗੁਰਮਤਿ ਅਨੁਸਾਰ ਆਪਾਂ ਵੇਖਾਂਗੇ, ਜਾਤ ਕਰਕੇ ਕੋਈ ਵੀ ਮਨੁੱਖ ਵੱਡਾ ਛੋਟਾ ਨਹੀਂ। ਚਲੋ ਜੇ ਜਾਤ ਦੀ ਗੱਲ ਬਾਣੀ ਵਿੱਚ ਕੀਤੀ ਵੀ ਗਈ ਨਾ, ਤੇ ਬਾਬਾ ਜੀਆਂ ਨੇ ਤੇ ਇਹ ਵੀ ਲਿਖ ਦਿੱਤਾ, ਬਾਣੀ ਦਾ ਹੀ ਬਚਨ ਹੈ, ਮਹਾਰਾਜ ਸਾਹਿਬ ਉੱਥੇ ਲਿਖ ਦਿੰਦੇ ਨੇ, ਕਹਿੰਦੇ ਨੇ ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ। ਜੇ ਕਰਮਾਂ ਕਰਕੇ ਮਨੁੱਖ ਦੇ ਨਾਲ ਕੁਝ ਇੱਦਾਂ ਦੇ ਤਖੱਲਸ ਲੱਗੇ ਵੀ ਉਹ ਫਲਾਣੇ ਖਿੱਤੇ ਨਾਲ ਸੰਬੰਧਿਤ ਆ, ਉਹਨੂੰ ਆਹ ਕਹਿ ਦਿਓ, ਫਲਾਣੇ ਖਿੱਤੇ ਨਾਲ ਸੰਬੰਧਿਤ ਆ, ਉਸ ਨੂੰ ਇਹ ਕਹਿ ਦਿਓ। ਜਿਵੇਂ ਬਾਬਾ ਰਵਿਦਾਸ ਸਾਹਿਬ ਜਿਸ ਵਰਨ ਵਿੱਚ, ਜਿਸ ਕੁੱਲ ਵਿੱਚ ਨੇ, ਉਹ ਪੁਰਾਣੇ ਸਮੇਂ ਤੋਂ ਉਹ ਵਰਨ ਜਰਾ ਹੈ, ਉਹ ਚਾਮੀਕਾਰ, ਚੰਮ ਦਾ ਕੰਮ ਕਰਦਾ ਆਉਂਦਾ, ਅਤੇ ਉੱਥੇ ਇਹ ਭਗਤ ਪੈਦਾ ਹੋਇਆ ਤੇ ਉਹਨਾਂ ਨੇ ਚਮਿਆਰ ਕਹਿਣਾ ਸ਼ੁਰੂ ਕਰ ਦਿੱਤਾ। ਭਗਤ ਨਾਮਦੇਵ ਜੀ ਸ਼ੀਂਬਾ ਕੁੱਲ ਮੰਨੀ ਜਾਂਦੀ ਹੈ ਤੇ ਬੜੇ ਲੰਬੇ ਸਮੇਂ ਤੋਂ ਆਪਣੇ ਇੱਕ ਕਿੱਤੇ ਮੁਤਾਬਕ ਇਹ ਕਰਮ, ਲੇਕਿਨ ਸਮੇਂ ਦੀ ਵਰਨ ਵੰਡ ਨੇ ਉਹਨਾਂ ਨੂੰ ਸ਼ੂਦਰ ਨਾਲ ਜੋੜ ਕਰਕੇ ਤੇ ਇੰਨਾ ਨੀਵਾਂ ਲੈ ਆਂਦਾ ਵੀ ਉਹਨਾਂ ਨੂੰ ਆਪਣੇ ਰੱਬ ਅੱਗੇ ਪੁਕਾਰ ਕਰਨੀ ਪਈ, ਕਹਿਣਾ ਪਿਆ। ਇਹ ਵਚਨ ਕੀਤੇ ਉਹਨਾਂ ਨੇ ਕਿ ਹੀਨੜੀ ਜਾਤ ਮੇਰੀ ਜ਼ਾਦ ਮਰਾਇਆ, ਛਿਪੇ ਕੇ ਜਨਮ ਕਾਹੇ ਕੋ ਆਇਆ। ਮੈਨੂੰ ਇਸ ਵਰਨ ਵਿੱਚ, ਇਸ ਕੁੱਲ ਵਿੱਚ, ਇਸ ਪਰਿਵਾਰ ਵਿੱਚ ਜਨਮ ਤੂੰ ਦਿੱਤਾ ਹੈ, ਪਰੰਤੂ ਅੱਜ ਇਸ ਪਰਿਵਾਰ ਵਿੱਚ ਜਨਮ ਹੋਣ ਕਰਕੇ ਮੈਨੂੰ ਕਿਸੇ ਧਰਮ ਸਥਾਨ 'ਤੇ ਬਹਿਣ ਨਹੀਂ ਦਿੱਤਾ ਜਾ ਰਿਹਾ, ਮੈਨੂੰ ਕਿਤੇ ਬੈਠ ਕਰਕੇ ਬੰਦਗੀ ਨਹੀਂ ਕਰਨ ਦਿੱਤੀ। ਜੇ ਉਹਨਾਂ ਨੇ ਦੁੱਖ ਪ੍ਰਗਟ ਕੀਤਾ ਤੇ ਨਾਲ ਉਹ ਆਪ ਹੀ ਆਪਣੀ ਬਾਣੀ ਵਿੱਚ ਸਾਰੀ ਘਟਨਾ ਦਰਜ ਕਰਦੇ ਨੇ, ਕਹਿੰਦੇ ਨੇ ਲੈ ਕਮਲੀ ਚੱਲਿਓ ਭਲਤਾਏ, ਦੇਹਰੇ ਪਾਠਿਆ ਬੈਠਾ ਜਾਏ। ਜਿਸ ਥਾਂ 'ਤੇ ਉਹਨਾਂ ਦੀ ਬੇਇੱਜ਼ਤੀ, ਮੈਂ ਸ਼ਬਦ ਵਰਤਾ, ਕੀਤੀ ਗਈ, ਉਹਨਾਂ ਨੂੰ ਦੁਰਕਾਰਿਆ ਗਿਆ, ਰੱਬੀ ਧਰਮ ਸਥਾਨ 'ਤੇ ਬਹਿਣ ਤੋਂ, ਆਉਣ ਤੋਂ ਮਨਾ ਕਰਕੇ ਉਹਨਾਂ ਨੂੰ ਬਾਹਰ ਕੱਢਿਆ ਗਿਆ। ਉਹਨਾਂ ਨੇ ਪ੍ਰਵਾਨ ਕਰਕੇ ਤੇ ਉਸ ਸਥਾਨ ਦੇ ਪਿਛਲੇ ਪਾਸੇ ਜਾ ਕਰਕੇ ਬੰਦਗੀ ਕਰਨੀ ਸ਼ੁਰੂ ਕਰ ਦਿੱਤੀ ਤੇ ਉੱਥੇ ਫਿਰ ਉਹਨਾਂ ਨਾਲ ਜਿਹੜੀ ਕਰਾਮਾਤ ਵਰਤੀ। ਭਾਵੇਂ ਅੱਜ ਵੀ ਨਾ, ਇਹ ਵੀ ਇੱਕ ਮੈਂ ਸਾਡਾ ਦੁਖਾਂਤ ਕਹਾਂਗਾ, ਭਗਤ ਦੇ ਜੀਵਨ ਵਿੱਚ ਬਹੁਤ ਵੱਡੀ ਘਟਨਾ ਵਰਤ ਰਹੀ ਹੈ, ਲੇਕਿਨ ਅੱਜ ਅਸੀਂ ਬੜੀ ਦੱਬੀ ਜੀ ਆਵਾਜ਼ ਵਿੱਚ ਉਸ ਭਗਤ ਦੀ ਗੱਲ ਕਰਕੇ ਤੇ ਕਹਿ ਦਿੰਦੇ ਹਾਂ ਜੀ ਹੋਇਆ। ਬੜੇ ਸਾਰੇ ਤੇ ਅੱਜ
ਸਾਡੇ ਸਿੱਖ ਵੀ ਇਹਨਾਂ ਗੱਲਾਂ ਤੇ ਤਰਕ ਪੈ ਕਰਦੇ ਨੇ, ਜੀ ਵੇਖੋ ਮੰਦਰ ਨਹੀਂ ਘੁੰਮਿਆ, ਉਹਨਾਂ ਨੇ ਸੋਚ ਘੁਮਾਈ, ਇਹ ਕੀਤਾ ਉਹ ਕੀਤਾ। ਐਸਾ ਨਹੀਂ ਗੁਰਮੁਖੋ। ਆ ਜਿਹੜੀ ਅਸੀਂ ਬਾਣੀ ਪੜ੍ਹਦੇ ਹਾਂ ਨਾ, ਸਿੱਖ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੇ ਚਰਨਾਂ ਵਿੱਚ ਨਤਮਸਤਕ ਹੋਣ ਆਉਂਦਾ ਤੇ ਇੱਕ ਤੁਕ ਅਕਸਰ ਹੀ ਸਾਰੇ ਆਪਾਂ ਸਿੱਖ ਪੜ੍ਹ ਵੀ ਲੈਂਦੇ ਹਾਂ। ਉਸ ਵੇਲੇ ਅਰਦਾਸ ਵੇਲੇ ਮੈਂ ਵੇਖਿਆ ਬੜੇ ਸਾਰੇ ਗੁਰਮੁਖ ਪੜ੍ਹਦੇ ਨੇ, ਉੱਦਾਂ ਕੀਰਤਨ ਬੰਦਗੀ ਵੇਲੇ ਵੀ ਸਾਰੇ ਆਪਾਂ ਪੜ੍ਹਦੇ ਹਾਂ, ਡੰਡੌਤ ਬੰਦਨ ਅਨੇਕ ਵਾਰ ਸਰਬ ਕਲਾ ਸਮਰੱਥ। ਹੁਣ ਜਦੋਂ ਸਰਬ ਕਲਾ ਸ਼ਬਦ ਆਉਂਦਾ ਨਾ ਗੁਰਮੁਖੋ, ਉੱਥੇ ਰੱਬ ਵੱਲੋਂ ਕੋਈ ਵੀ ਖੇਡ ਹੋ ਸਕਦੀ ਹੈ। ਸਰਬ ਕਲਾ ਦੇ ਲਫ਼ਜ਼ੀ ਅਰਥ ਇਹ ਹੁੰਦੇ ਨੇ ਜਿਹਦੇ ਵਿੱਚ ਹਰ ਤਰ੍ਹਾਂ ਦੀ ਤਾਕਤ ਤੇ ਜਦੋਂ ਜਿੱਥੇ ਚਾਹਵੇ ਉਹ ਆਪਣੀ ਖੇਡ ਵਰਤਾ ਸਕਦਾ। ਇਸੇ ਤਰ੍ਹਾਂ ਉਸ ਭਗਤ ਦੀ ਜ਼ਿੰਦਗੀ ਵਿੱਚ ਵੀ ਵਰਤਦਾ ਰਿਹਾ। ਜਦੋਂ ਜਦੋਂ ਉਹਨਾਂ ਦੇ ਸਾਹਮਣੇ ਮੁਸ਼ਕਲ ਆਈ, ਜਦੋਂ ਜਦੋਂ ਸਮਾਜ ਨੇ ਉਹਨਾਂ ਨੂੰ ਦੁਰਕਾਰਿਆ, ਉਹਨਾਂ ਨੂੰ ਬਾਹਰ ਕੱਢਿਆ ਧਰਮ ਸਥਾਨਾਂ ਤੋਂ, ਤੇ ਉਹਨਾਂ ਨੇ ਆਪਣੇ ਤਰੀਕੇ ਨਾਲ ਆਪਣੀ ਭਗਤੀ ਨੂੰ ਜਾਰੀ ਰੱਖ ਕੇ ਤੇ ਆਪਣੇ ਪਰਮਾਤਮਾ ਨੂੰ ਅਰਾਧਿਆ। ਤੇ ਉੱਥੇ ਫਿਰ ਪਰਮਾਤਮਾ ਨੇ ਐਸੀ ਖੇਡ ਵਰਤਾਈ ਵੀ ਸਮੇਂ ਦੇ ਸਾਰੇ ਲੋਕਾਂ ਨੂੰ ਉਹ ਸੱਚ ਪ੍ਰਗਟ ਕਰਕੇ ਵਿਖਾ ਦਿੱਤਾ। ਅੱਜ ਵੀ ਆਪ ਉੱਧਰ ਜਾਓਗੇ ਨਾ, ਮਹਾਰਾਸ਼ਟਰ ਨਾਂਦੇੜ ਸਾਹਿਬ ਦੀ ਧਰਤੀ ਤੇ ਗੌਂਡਾ ਦੇ ਸਥਾਨ ਤੇ ਉਹ ਮੰਦਰ ਸਨਾਤਨੀ ਵੀ ਮੰਨਦੇ ਨੇ, ਜਿਹੜੇ ਉਹਨਾਂ ਦੇ ਪੰਥ ਨਾਲ ਜਿਵੇਂ ਮੈਂ ਗੱਲ ਕੀਤੀ ਨਾ, ਕਈ ਵੱਖਰੇ ਕਰਕੇ ਬੈਠੇ ਨੇ, ਉਹ ਵੀ ਇਹ ਮੰਨਦੇ ਪਏ ਨੇ ਕਿ ਹਿੰਦੁਸਤਾਨ ਦੇ 12 ਸ਼ਿਵਲਿੰਗਾਂ ਦੇ ਅੰਦਰੋਂ ਇੱਕ ਜਿਹੜਾ ਹੈ ਉਹਦਾ ਮੁੱਖ ਪੱਛਮ ਵੱਲ ਹੈ। ਉਹ ਸਥਾਨ ਅਜੇ ਵੀ ਕਾਇਮ ਹੈ। ਜਿਹੜੇ ਜਿਹੜੇ ਗੁਰਮੁਖ ਪਿਆਰੇ ਉੱਧਰ ਨੂੰ ਜਾਂਦੇ ਨੇ, ਦਰਸ਼ਨ ਕਰਦੇ ਨੇ, ਵਿਦਵਾਨ ਸੱਜਣ ਲਿਖਦੇ ਨੇ ਕਿ ਉਹ ਸਾਰੇ ਦਾ ਸਾਰਾ ਦੇਹਰਾ, ਕਿਉਂਕਿ 11 ਦੇ ਮੁੱਖ ਪੂਰਬ ਵੱਲ ਨੇ, ਤੇ ਇੱਕ ਉਸ ਭਗਤ ਦੀ ਐਸੀ ਖੇਡ ਵਰਤੀ, ਪਰਮਾਤਮਾ ਨੇ ਆਪਣੇ ਦੇਹਰੇ ਦਾ ਮੁੱਖ ਹੀ ਦੂਜੇ ਪਾਸੇ ਕਰ ਦਿੱਤਾ। ਉਹਨਾਂ ਬਚਨ ਲਿਖਿਆ, ਲੈ ਕਮਲੀ ਚੱਲਿਓ ਪਲਟਾਏ, ਦੇਹਰੇ ਪਾਛੇ ਬੈਠਾ ਜਾਏ। ਹੁਣ ਕਿੰਨੀ ਕੁ ਵੱਡੀ ਭਗਤੀ ਹੋਵੇਗੀ ਉਸ ਗੁਰਮੁਖ ਦੀ, ਕਿੰਨਾ ਕੁ ਉਹਦੇ ਅੰਦਰ ਸਿਮਰਨ ਹੋਣਾ, ਕਿਤਨਾ ਕੁ ਤਪ ਹੋਣਾ ਵੀ ਗੁਰਮੁਖ ਨੇ ਆਪਣੀ ਭਗਤੀ ਜਿਹੜਾ ਮੰਦਰ ਦੇ ਪਿਛਲੇ ਪਾਸੇ ਬੈਠ ਕੇ ਕਰਨੀ ਸ਼ੁਰੂ ਕੀਤੀ ਤੇ ਰੱਬ ਨੇ ਮੰਦਰ ਦਾ ਹੀ ਮੁੱਖ ਫੇਰ ਦਿੱਤਾ। ਇੱਦਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਨੇ ਉਸ ਭਗਤ ਦੇ ਜੀਵਨ ਅੰਦਰ। ਜਿੱਥੇ ਜਿੱਥੇ ਲੋੜ ਪਈ ਜਾਂ ਜਿੱਥੇ ਜਿੱਥੇ ਉਹਨਾਂ ਦੀ ਕਿਸੇ ਨਖੇਦੀ ਕੀਤੀ, ਕਿਤੇ ਉਹਨਾਂ ਨੂੰ ਦੁਰਕਾਰਿਆ ਗਿਆ, ਬੁਰਾ ਭਲਾ ਬੋਲਿਆ ਗਿਆ, ਉੱਥੇ ਉੱਥੇ ਉਸ ਭਗਤ ਦੇ ਨਾਲ ਬੈਠੇ ਹੋਏ ਪਰਮਾਤਮਾ ਨੇ ਇੱਕ ਨਵੇਕਲੀ ਖੇਡ ਬਣਾ ਕਰਕੇ ਭਗਤ ਦੀ ਵਡਿਆਈ ਪ੍ਰਗਟ ਕਰ ਦਿੱਤੀ। ਬੜੀਆਂ ਵਿਚਿੱਤਰ ਸਾਖੀਆਂ ਨੇ, ਬਹੁਤ ਵਿਚਿੱਤਰ ਸਾਖੀਆਂ ਨੇ, ਕਿਉਂਕਿ ਜਿੱਥੇ ਵੀ ਭਗਤ ਫਸਦਾ ਹੈ ਉਹ ਪਰਮਾਤਮਾ ਨਾਲ ਦੀ ਨਾਲ ਉਹਦੇ ਉੱਪਰ ਖੇਡ ਵਰਤਾ ਦਿੰਦਾ ਹੈ। ਇੱਕ ਤੇ ਇਹ ਸਾਖੀ ਬੜੀ ਸੁਣੀ ਜਾਂਦੀ ਹੈ, ਬੜੀ ਪੜ੍ਹੀ ਜਾਂਦੀ ਹੈ, ਤੇ ਇਹਦੇ 'ਚ ਕੋਈ ਦੁਰਾਵਾ ਨਹੀਂ। ਜੋ ਭਗਤ ਨੇ ਹੱਥੀਂ ਲਿਖਿਆ, ਜੋ ਗੁਰੂ ਨਾਨਕ ਸਾਹਿਬ, ਗੁਰੂ ਅਰਜਨ ਦੇਵ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਵਿੱਚ ਦਰਜ ਕੀਤਾ, ਇਹਨੂੰ ਕੋਈ ਵਿਦਵਾਨ ਜਾਂ ਕੋਈ ਕਿੱਡਾ ਹੀ ਵੱਡਾ ਤਾਰਕਿਕ ਕਿਉਂ ਨਾ ਹੋਵੇ, ਇਹ ਨਹੀਂ ਕਹਿ ਸਕਦਾ ਵੀ ਇਹ ਮਿੱਥ ਹੈ। ਇਹਦਾ ਮਤਲਬ ਇਹ ਸਭ ਕੁਝ ਹੋਇਆ ਹੈ ਪ੍ਰਤੱਖ ਰੂਪ ਵਿੱਚ, ਜ਼ਾਹਰ ਰੂਪ ਵਿੱਚ। ਕਿਉਂਕਿ ਜਦੋਂ ਪਰਮਾਤਮਾ ਆਪਣੇ ਭਗਤ ਦੀ ਖੇਡ ਪ੍ਰਗਟ ਕਰਦਾ ਹੈ ਨਾ, ਜੇ ਇੱਕ ਸਾਖੀ ਦਾ ਮੈਂ ਜ਼ਿਕਰ ਕਰਾਂ, ਭਗਤ ਨਾਮਦੇਵ ਸਾਹਿਬ ਜੀ ਜਿਸ ਦਿਨ ਮੁਸ਼ਕਲ ਵਿੱਚ ਫਸੇ, ਉਹਨਾਂ ਨੂੰ ਇੱਕ ਸਮੇਂ ਦੇ ਬਾਦਸ਼ਾਹ ਮੁਹੰਮਦ ਬਿਨ ਤੁਗਲਕ ਨੇ ਬੰਨ੍ਹ ਲਿਆ, ਇੱਥੋਂ ਤੱਕ ਧਮਕੀ ਦੇ ਛੱਡੀ ਕਿ ਮੈਂ ਤੁਹਾਡਾ ਕਤਲ ਕਰ ਦਿਆਂਗਾ ਅਗਰ ਤੁਸੀਂ ਅੱਜ ਮੇਰੇ ਸਾਹਮਣੇ ਬਹਿ ਕਰਕੇ ਇੱਕ ਕਰਾਮਾਤ ਨਹੀਂ ਕੀਤੀ। ਸਾਡੇ ਵਿਦਵਾਨਾਂ ਨੇ ਕੁਝ ਇਸ ਢੰਗ ਨਾਲ ਦਰਜ ਕੀਤਾ ਕਿ ਭਗਤ ਨਾਮਦੇਵ ਜੀ ਨੇ ਇੱਕ ਵਾਰ ਅਸੀਸ ਦਿੱਤੀ। ਅਸੀਸ ਇਉਂ ਦਿੱਤੀ ਕਿ ਕਿਸੇ ਨਗਰ ਦੇ ਵਿੱਚੋਂ ਲੰਘ ਰਹੇ ਸਨ ਤੇ ਉਸ ਨਗਰ ਦੇ ਅੰਦਰ ਇੱਕ ਬਜ਼ੁਰਗ ਮਾਈ ਤੇ ਉਸ ਦੇ ਘਰ ਉਹਦਾ ਪੁੱਤਰ ਜਿਹੜਾ ਹੈ ਉਹ ਸਮੇਂ ਤੋਂ ਪਹਿਲਾਂ ਕਹਿ ਲਵਾਂ ਜਾਂ ਆਪਣੀ ਆਰਬਲਾ ਮੁਤਾਬਕ ਤੇ ਜੋ ਪ੍ਰਭੂ ਦੀ ਖੇਡ ਹੈ, ਲੇਕਿਨ ਉਸ ਮਾਈ ਦੇ ਪਹਿਲਾਂ ਜੀਵਨ ਤੋਂ ਪਹਿਲਾਂ ਉਹ ਚਲਾਣਾ ਕਰ ਗਿਆ। ਹੁਣ ਚਲਾਣਾ ਕਰ ਗਿਆ, ਉਹਦੀ ਇੱਕ ਸੁਪਤਨੀ ਹੈ ਤੇ ਉਹ ਮਾਈ ਤੇ ਹੋਰ ਜਿਹੜਾ ਪਰਿਵਾਰ ਹੈ ਉਸ ਦਾ ਅੰਤਮ ਸੰਸਕਾਰ ਕਰਨ ਦੇ ਲਈ ਲੈ ਕੇ ਜਾ ਰਹੇ ਨੇ। ਉਧਰੋਂ ਭਗਤ ਨਾਮਦੇਵ ਜੀ ਆ ਰਹੇ ਨੇ, ਪ੍ਰਚਾਰ ਪ੍ਰਸਾਰ ਕਰਦੇ ਹੋਏ ਇਸ ਦੇਸ਼ ਵਿੱਚ ਉਹਨਾਂ ਨੇ ਬਹੁਤ ਕੀਤਾ। ਹੁਣ ਜਿਵੇਂ ਉਹ ਲੰਘ ਰਹੇ ਨੇ ਤੇ ਕਿਸੇ ਨੇ ਵਿੱਚੋਂ ਸਲਾਹ ਦਿੱਤੀ ਕਿ ਬੜੇ ਕਮਾਈ ਵਾਲੇ ਪੁਰਖ ਨੇ ਤੇ ਤੁਸੀਂ ਇਹਨਾਂ ਨੂੰ ਨਮਸਕਾਰ ਕਰੋ। ਸਾਡੇ ਕੁਝ ਵਿਦਵਾਨ ਕਹਿੰਦੇ ਨੇ ਉਹ ਜਿਹੜਾ ਪੁਰਖ ਚੜ੍ਹਾਈ ਕੀਤਾ ਹੈ ਉਸ ਦੀ ਪਤਨੀ ਅਗਾਂਹ ਹੋਈ ਤੇ ਉਸ ਨੇ ਭਗਤ ਸਾਹਿਬ ਜੀ ਹੋਰਾਂ ਦੇ ਚਰਨਾਂ ਵਿੱਚ ਨਮਸਕਾਰ ਕੀਤੀ। ਜਦੋਂ ਨਮਸਕਾਰ ਕੀਤੀ, ਭਗਤ ਜੀ ਪ੍ਰੇਮ ਵਿੱਚ ਰੱਤੇ ਹੋਏ, ਬਾਣੀ ਵਿੱਚ ਟਿਕੇ ਹੋਏ, ਜਿਨ੍ਹਾਂ ਦੀ ਜ਼ੁਬਾਨ ਤੇ ਕਰਾਮਾਤ ਵਰਤਦੀ ਹੈ, ਖੇਡ ਵਰਤਦੀ ਹੈ, ਉਹਨਾਂ ਨੇ ਅਸੀਸ ਦੇ ਦਿੱਤੀ ਕਿ ਬੱਚਾ ਵੱਡੀ ਸੁਹਾਗਣ ਹੋਵੇ। ਹੁਣ ਜਦੋਂ ਇਹ ਅਸੀਸ ਦਿੱਤੀ, ਉਹ ਜਿਹੜਾ ਬੱਚਾ ਸੀ ਜਿਹਦੀ ਮੌਤ ਹੋ ਚੁੱਕੀ ਸੀ, ਪਰਮਾਤਮਾ ਨੇ ਉਹਨੂੰ ਪ੍ਰਾਣਾਂ ਦੀ ਦਾਤ ਬਖਸ਼ ਦਿੱਤੀ। ਖੇਡ ਵਰਤ ਗਈ। ਹੁਣ ਖੇਡ ਐਸੀ ਵਰਤੀ ਕਿ ਭਗਤ ਦਾ ਪੂਰੇ ਇਲਾਕੇ ਦੇ ਵਿੱਚ ਰੌਲਾ ਪੈ ਗਿਆ, ਪੂਰੇ ਇਲਾਕੇ ਦੇ ਵਿੱਚ ਭਗਤ ਦਾ ਨਾਮ ਹੋ ਗਿਆ। ਕਿਉਂਕਿ ਪਰਮਾਤਮਾ ਜਦੋਂ ਭਗਤ ਪ੍ਰਗਟ ਕਰਦਾ ਹੈ ਨਾ, ਭਾਈ ਸਾਹਿਬ ਜੀਆਂ ਨੇ ਭਗਤ ਰਵਿਦਾਸ ਸਾਹਿਬ ਜੀ ਕੇ ਜੀਵਨ ਦੀ ਸਾਖੀ ਲਿਖੀ।
ਭਾਈ ਗੁਰਦਾਸ ਸਾਹਿਬ ਜੀ, ਤੇ ਉਹਨਾਂ ਨੇ ਬਕਾਇਦਾ ਇਹ ਤੁਕ ਲਿਖੀ, ਭਗਤ ਭਗਤ ਜਗ ਵੱਜਿਆ ਚੌ ਚੱਕਾਂ ਦੇ ਵਿੱਚ ਚਮਰੇਟਾ। ਜਦੋਂ ਪਰਮਾਤਮਾ ਕਿਸੇ ਦਾ ਨਾਮ ਪ੍ਰਗਟ ਕਰੇ, ਪਰਮਾਤਮਾ ਆਪਣਾ ਬਲ ਕਿਸੇ ਦੀ ਰਸਨਾ 'ਤੇ ਟਿਕਾ ਕੇ ਤੇ ਉਹਦਾ ਨਾਮ ਜਗਤ ਵਿੱਚ ਪ੍ਰਚਾਰੇ, ਸੱਚ ਹੈ ਵੀ ਉਦੋਂ ਫਿਰ ਸਾਰੀ ਲੋਕਾਈ ਉਧਰ ਨੂੰ ਪਲਟ ਪੈਂਦੀ ਆ। ਸਾਡੇ ਵਿਦਵਾਨ ਕਹਿੰਦੇ ਨੇ ਖੇਡ ਵਰਤੀ, ਤੇ ਇਸ ਖੇਡ ਤੋਂ ਪ੍ਰਭਾਵਿਤ ਹੋ ਕਰਕੇ ਭਗਤ ਨਾਮਦੇਵ ਜੀਆਂ ਨੂੰ ਸਭ ਨੇ ਪੂਜਣਾ ਸ਼ੁਰੂ ਕਰ ਦਿੱਤਾ। ਇਹ ਮੰਨ ਲਿਆ ਵੀ ਇਹਨਾਂ ਦੀ ਤਾਂ ਧੁਰ ਦਰਗਾਹ ਤੱਕ ਚੱਲਦੀ ਹੈ, ਇਹਨਾਂ ਦੇ ਬੋਲ ਦੇ ਨਾਲ ਇੱਕ ਮੁਰਦਾ ਮਨੁੱਖ ਨੂੰ ਪ੍ਰਾਣਾਂ ਦੀ ਦਾਤ ਮਿਲੀ ਹੈ। ਹੁਣ ਇਹੀ ਖੇਡ ਉਧਰ ਸਮੇਂ ਦੇ ਬਾਦਸ਼ਾਹ ਤੱਕ ਗੱਲ ਚਲੀ ਗਈ। ਮੁਹੰਮਦ ਬਿਨ ਤੁਗਲਕ ਨਾਮ ਲਿਖਿਆ ਸਾਡੇ ਵਿਦਵਾਨਾਂ ਨੇ। ਹੁਣ ਉਹਨੇ ਭਗਤ ਦੀ ਪ੍ਰੀਖਿਆ ਲੈਣ ਦੇ ਲਈ ਇੱਕ ਨਵਾਂ ਕੌਤਕ ਰਚ ਲਿਆ। ਭਗਤ ਦਾ ਜੋ ਅੰਦਰ ਹੈ, ਜੋ ਬਲ ਹੈ, ਉਹਨੂੰ ਪਰਖਣ ਦੇ ਲਈ ਇੱਕ ਨਵਾਂ ਕੌਤਕ ਰਚ ਲਿਆ। ਕੀ ਰਚਿਆ? ਉਹਦੇ ਪਾਸ ਇੱਕ ਗਾਂ ਹੈ, ਤੇ ਜਿਵੇਂ ਪਰਮਾਤਮਾ ਦੀ ਖੇਡ ਉਹ ਗਾਂ ਜਿਹੜੀ ਹੈ ਉਹ ਮਰ ਗਈ। ਹੁਣ ਗਾਂ ਮਰੀ ਤੇ ਬਾਦਸ਼ਾਹ ਕਹਿਣ ਲੱਗਾ ਵੀ ਸਾਡੇ ਰਾਜ ਵਿੱਚ, ਇਸਲਾਮੀ ਰਾਜ ਵਿੱਚ ਇੱਕ ਸਨਾਤਨੀ ਭਗਤ ਨਾਮਦੇਵ ਸੁਣੀਦਾ, ਤੇ ਉਹਦੇ ਥੋੜ੍ਹੇ ਦਿਨ ਪਹਿਲਾਂ ਹੀ ਬੜਾ ਰੌਲਾ ਪਿਆ ਹੈ ਸੰਸਾਰ ਵਿੱਚ ਵੀ ਉਹ ਵੱਡੇ ਕਰਾਮਾਤੀ ਨੇ, ਆਪਣੀ ਇੱਕ ਅਸੀਸ ਦੇ ਨਾਲ ਹਰ ਕਿਸੇ ਨੂੰ ਜਿਉਂਦਾ ਕਰ ਦਿੰਦੇ ਨੇ, ਲਿਆਓ ਬੁਲਾ ਕਰਕੇ। ਕਿਉਂਕਿ ਬਾਦਸ਼ਾਹ ਲੋਕ ਜਿਹੜੇ ਹੁੰਦੇ ਨੇ ਨਾ, ਖਾਸ ਕਰਕੇ ਜਿਹੜੇ ਇੱਕ ਮਜ਼ਹਬ ਨਾਲ ਕੱਟੜਤਾ ਹੀ ਜਿਹੜੇ ਰੱਖਦੇ ਨੇ, ਉਹ ਇੱਦਾਂ ਦੀਆਂ ਪਰਖਾਂ ਬੜੀਆਂ ਕਰਦੇ ਰਹੇ। ਉਹਨਾਂ ਨੇ ਬੜਾ ਇੱਦਾਂ ਦਾ, ਹਿੰਦੁਸਤਾਨ ਵਿੱਚ ਬਹੁਤ ਕੁਝ ਇੱਦਾਂ ਦਾ ਪੜ੍ਹਨ ਸੁਣਨ ਨੂੰ ਮਿਲਦਾ। ਉਹਨਾਂ ਨੇ ਕਿਹਾ ਲਿਆਓ ਭਗਤ ਨਾਮਦੇਵ ਜੀਆਂ ਨੂੰ ਬੁਲਾ ਕਰਕੇ। ਭਗਤ ਨਾਮਦੇਵ ਜੀਆਂ ਨੂੰ ਐਲ ਕਰ ਲੈ ਕਰਕੇ ਆਏ, ਤੇ ਬਾਦਸ਼ਾਹ ਨੇ ਵਿਚਾਰ ਸ਼ੁਰੂ ਕੀਤੀ। ਹੁਣ ਜਦੋਂ ਕਿਸੇ ਨੇ ਤਰਕ ਕਰਨਾ ਹੋਵੇ ਨਾ ਗੁਰਮਖੋ, ਤੇ ਇਹ ਧਿਆਨ ਰੱਖਿਆ ਕਰੋ ਵੀ ਉਹਦੀ ਬਿਰਤੀ ਇੱਦਾਂ ਦੀ ਹੁੰਦੀ, ਉਹ ਗੱਲ ਵਿੱਚੋਂ ਹੀ ਅਗਲੇ ਨੂੰ ਫਸਾ ਕਰਕੇ ਤੇ ਕਹਿੰਦਾ ਵੀ ਇਹਨੂੰ ਪੂਰੇ ਕਰ, ਨਹੀਂ ਤੇ ਫਿਰ ਆਪਣਾ ਹਿਸਾਬ ਲਾ। ਖਾਸ ਕਰਕੇ ਜਿਹੜੇ ਵੱਡੇ ਅਹੁਦੇਦਾਰ ਹੁੰਦੇ ਨੇ ਨਾ, ਉਹ ਕੁਝ ਇਸ ਤਰੀਕੇ ਦੇ ਨਾਲ ਆਪਣੀ ਗੱਲ ਨੂੰ ਸ਼ੁਰੂ ਕਰਦੇ ਨੇ, ਉਹ ਆਪਣਾ ਤਰਕ ਹੀ ਇੱਥੋਂ ਸ਼ੁਰੂ ਕਰਦੇ ਨੇ। ਬਾਦਸ਼ਾਹ ਨੇ ਕਹਿ ਦਿੱਤਾ ਵੀ ਸੁਣਿਆ ਹੈ ਤੁਹਾਡੀ ਜ਼ੁਬਾਨ 'ਤੇ ਏਡੀ ਸਿੱਧੀ ਹੈ ਵੀ ਤੁਸੀਂ ਪ੍ਰਾਣ ਬਖਸ਼ ਦਿੰਦੇ ਹੋ। ਕਹਿਣ ਲੱਗੇ ਨਹੀਂ ਬਾਦਸ਼ਾਹ, ਐਸਾ ਕੁਝ ਨਹੀਂ ਹੈ। ਕਹਿਣ ਲੱਗੇ ਫਿਰ ਮਾਈ ਦਾ ਪੁੱਤ ਕਿਵੇਂ ਜਿਵੇਂ ਜਿੰਦਾ ਹੋਇਆ? ਕਹਿਣ ਲੱਗਾ ਉਹ ਤੇ ਪਰਮਾਤਮਾ ਦੀ ਕਿਰਪਾ, ਫਿਰ ਹੁਣ ਕਿਉਂ ਨਹੀਂ ਹੋ ਸਕਦੀ? ਨਹੀਂ ਹੁਣ ਨਹੀਂ ਹੋ ਸਕਦੀ, ਉਹ ਤੇ ਰੱਬੀ ਹੁਕਮ ਹੈ, ਅਸੀਂ ਕਿਸੇ ਨੂੰ ਜਿੰਦਾ ਨਹੀਂ ਕੀਤਾ। ਪਰਮਾਤਮਾ ਜਿਹਨੂੰ ਪ੍ਰਾਣਾਂ ਦੀ ਦਾਤ ਦੇਵੇ ਉਹੀ ਜਿਉਂਦਾ ਹੋ ਸਕਦਾ। ਕਹਿਣ ਲੱਗਾ ਮੈਂ ਨਹੀਂ ਮੰਨਦਾ ਇਸ ਗੱਲ ਨੂੰ, ਮੈਂ ਮੰਨਾਂਗਾ ਅਗਰ ਆ ਸਾਡੀ ਮਰੀ ਹੋਈ ਗਾਂ ਨੂੰ ਜਵਾ ਦਿਓ। ਸੱਚ ਜਾਣੋ, ਗੁਰਬਾਣੀ ਨੂੰ ਪੜ੍ਹੀਏ, ਭਗਤ ਨੇ ਆਪਣੀ ਕਲਮ ਦੇ ਨਾਲ ਉਹ ਸਾਰੀ ਘਟਨਾ, ਕੋਈ 28 ਪਦੇ ਨੇ ਇਸ ਸ਼ਬਦ ਦੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੇ ਅੰਦਰ ਸ਼ਬਦ ਲਿਖਿਆ ਉਹਨਾਂ ਨੇ, ਜੋ ਜੋ ਵਰਤਾਲਾਪ, ਜੋ ਜੋ ਧੱਕਾ ਜ਼ੋਰੀ ਉਸ ਭਗਤ ਨਾਲ ਹੁੰਦੀ ਜਾ ਰਹੀ ਹੈ, ਤੇ ਜਿਵੇਂ ਸਮੇਂ ਦੇ ਹੁਕਮਰਾਨ ਤੇ ਹੋਰ ਕੱਟੜ ਮਨੁੱਖ ਉਸ ਭਗਤ ਨੂੰ ਖਤਮ ਕਰਨ, ਦਬਾਉਣ ਦਾ ਜ਼ੋਰ ਲਾ ਰਹੇ ਨੇ, ਤੇ ਦੂਜੇ ਪਾਸੋਂ ਪਰਮਾਤਮਾ ਆਪ ਬਲ ਦੇ ਕਰਕੇ ਭਗਤ ਦੀ ਪੈਜ ਰੱਖ ਰਿਹਾ। ਉਹ 28 ਪਦੇ ਨੇ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਵਿੱਚ, ਉਹ ਸਾਰੀ ਬਾਣੀ ਉਹਨਾਂ ਨੇ ਲਿਖੀ। ਉਹਨਾਂ ਲਿਖ ਦਿੱਤਾ, ਸ਼ੁਰੂਆਤ ਹੀ ਇੱਥੋਂ ਕੀਤੀ, ਸੁਲਤਾਨ ਪੁੱਛੇ ਸੁਣਵੇ ਨਾਮਾ, ਦੇਖੋ ਰਾਮ ਤੁਮਾਰੇ ਕਾਮਾ। ਤੂੰ ਰਾਮ ਦੀ ਭਗਤੀ ਕਰਦਾ, ਤੂੰ ਰਾਮ ਦਾ ਉਪਾਸ਼ਕ ਹੈ, ਲੇਕਿਨ ਤੇਰੇ ਰਾਮ ਦੀ ਜਿਹੜੀ ਮੈਂ ਸਿਫਤ ਸੁਣੀ ਹੈ, ਜਰਾ ਮੈਨੂੰ ਵੀ ਅੱਜ ਉਹਦਾ ਕੌਤਕ ਦਿਖਾ, ਜਰਾ ਮੈਨੂੰ ਵੀ ਦਿਖਾ ਵੀ ਕਿੰਨੀ ਕੁ ਤਾਕਤ ਵਾਲਾ। ਤੇ ਅੱਗੇ ਉਹ ਲਿਖਦੇ ਨੇ, ਸੁਲਤਾਨ ਨਾਮਾ ਸੁਲਤਾਨ ਬਾਂਧਿਲਾ, ਵੀ ਮੈਨੂੰ ਸਾਨੂੰ ਫੜਿਆ ਤੇ ਉਹਨਾਂ ਨੇ ਸਾਨੂੰ ਬੰਨ੍ਹ ਲਿਆ। ਤੇ ਉਸ ਤੋਂ ਬਾਅਦ ਫਿਰ ਕਿਉਂ ਮੈਂ ਸੰਖੇਪ ਚਰਜ ਕਰ ਦੇਣਾ, ਸ਼ਬਦ ਬਹੁਤ ਲੰਬੇਰਾ ਹੈ। ਜਿਵੇਂ ਉਹਨੇ ਬੰਨਿਆ ਤੇ ਉਹਨੇ ਕਹਿ ਦਿੱਤਾ ਵੀ ਅਗਰ ਇਹ ਮਰੀ ਹੋਈ ਗਾਂ ਤੂੰ ਜਿਉਂਦੀ ਕਰ ਦੇਵੇਂਗਾ ਤੇ ਤੇਰੇ ਪ੍ਰਾਣ ਬਖਸ਼ੇ ਜਾਣਗੇ, ਅਸੀਂ ਤੇਰੀ ਅਜ਼ਮਤ ਨੂੰ ਮੰਨਾਂਗੇ। ਅਗਰ ਇਹ ਜਿੰਦਾ ਨਹੀਂ ਹੁੰਦੀ ਤੇ ਫਿਰ ਇਹ ਸਾਡੀ ਤਲਵਾਰ ਤੇ ਤੇਰੀ ਧੌਣ, ਅੱਜ ਤੈਨੂੰ ਵੀ ਇੱਥੇ ਹੀ ਕਤਲ ਕੀਤਾ ਜਾਏਗਾ। ਉਹਨਾਂ ਕਹਿ ਦਿੱਤਾ, ਨਾਤਰ ਗਰਦਨ ਮਾਰੂ ਠਾਏ, ਕਾਏ ਤੂੰ ਮੋਈ ਗਊ ਦੇ ਜਿਵਾਏ, ਤੂੰ ਆ ਮਰੀ ਹੋਈ ਗਾਂ ਨੂੰ ਜਿਉਂਦੇ ਕਰ, ਨਹੀਂ ਤੇ ਫਿਰ ਅੱਜ ਤੇਰੀ ਵੀ ਗਰਦਨ ਇੱਥੇ ਕੱਟ ਕੇ ਰੱਖ ਦਿੱਤੀ ਜਾਵੇਗੀ। ਤੇ ਸੱਚ ਜਾਣੋ, ਉੱਥੇ ਫਿਰ ਭਗਤ ਨੇ ਜਿਹੜੀ ਖੇਡ ਵਰਤਾਈ, ਕਿਉਂਕਿ ਬਾਣੀ ਦੇ ਵਿੱਚੋਂ ਸਭ ਕੁਝ ਸਾਨੂੰ ਮਿਲ ਜਾਂਦਾ। ਇੱਥੋਂ ਤੱਕ ਵੀ ਜਿਸ ਵਕਤ ਭਗਤ ਜੀ ਤੇ ਮੁਸ਼ਕਲ ਆਈ ਤੇ ਉਹਨਾਂ ਨੂੰ ਕਿਹਾ ਗਿਆ ਵੀ ਜਾਂ ਤੇ ਤੂੰ ਰਾਮ ਦਾ ਸਿਮਰਨ ਛੱਡ ਤੇ ਖੁਦਾ ਪੜ੍ਹ, ਅੱਲਾ ਅੱਲਾ ਪੜ੍ਹ, ਨਹੀਂ ਤੇ ਫਿਰ ਅੱਜ ਇਹ ਕਰਾਮਾਤ ਦਿਖਾ, ਨਹੀਂ ਤੇ ਤੇਰਾ ਅੰਤ ਹੋਵੇਗਾ। ਭਗਤ ਜੀ ਦੀ ਮਾਂ, ਉਹ ਵੀ ਉੱਥੇ ਲਿਖਿਆ ਸਾਖੀ ਵਿੱਚ ਵੀ, ਉਹ ਵੀ ਉਸ ਥਾਂ ਤੇ ਪ੍ਰਭਾਵਿਤ ਹੋ ਗਈ, ਡਰ ਗਈ ਬਾਦਸ਼ਾਹ ਤੋਂ। ਉਹਨੇ ਵੀ ਕਹਿ ਦਿੱਤਾ, ਪੁੱਤ ਤੂੰ ਰਾਮ ਛੱਡ ਦੇ ਤੇ ਜੋ ਇਹ ਕਹਿ ਰਹੇ ਨੇ ਪੜ੍ਹ ਲੈ, ਤੁਸੀਂ ਇਹ ਸ਼ਬਦ ਛੱਡ ਦਿਓ ਤੇ ਜੋ ਇਹ ਕਹਿ ਰਹੇ ਨੇ ਤੁਸੀਂ ਇਹਨਾਂ ਨੂੰ ਪੜ੍ਹ ਲਓ, ਆਪਾਂ ਕੋਲ ਵਿਰੋਧਤਾ ਵਿੱਚ ਥੋੜ੍ਹਾ ਫਸਣਾ ਹੈ, ਇਸ ਮਸਲੇ ਤੋਂ ਛੁੱਟਣਾ। ਭਗਤ ਜੀ ਨੇ ਕਿਹਾ ਨਹੀਂ ਮਾਂ, ਕਿਸੇ ਦੇ ਜ਼ੋਰ ਹੇਠ ਆ ਕਰਕੇ, ਕਿਸੇ ਦੇ ਬਲ ਹੇਠ ਆ ਕਰਕੇ ਮੈਂ ਸ਼ਬਦ ਨਹੀਂ ਛੱਡ ਸਕਦਾ। ਹਾਂ, ਜੇ ਛੱਡਣ ਦੀ ਗੱਲ ਹੈ ਨਾ, ਰਾਮ ਮੈਂ ਨਹੀਂ ਛੱਡ ਸਕਦਾ, ਪਰ ਮੈਂ ਅੱਜ ਮਾਂ ਨੂੰ ਕਹਿ ਸਕਦਾ, ਨਾ ਹੋ ਤੇਰਾ ਪੁੰਗਰਾ, ਨਾ ਮੈਂ ਤੇਰਾ ਪੁੰਗਰਾ, ਨਾ ਤੂੰ ਮੇਰੀ ਮਾਏ, ਪਿੰਡ ਪੜਾ ਤੋ ਹਰ ਗੁਣ ਗਾਏ।
ਅੱਜ ਮੁਸ਼ਕਲ ਆਈ ਹੈ ਤੇ ਇਸ ਪਾਸੇ ਅਸੀਂ ਤੁਰ ਪਈਏ, ਨਹੀਂ ਮੈਂ ਨਹੀਂ ਛੱਡ ਸਕਦਾ। ਮਾਂ ਨੇ ਸਮਝਾਇਆ ਵੀ, ਕਿਉਂਕਿ ਇਹ ਵੀ ਇੱਕ ਬੜੀ ਵਿਲੱਖਣਤਾ ਜੇ ਭਗਤ ਨਾਮਦੇਵ ਸਾਹਿਬ ਜੀ ਕੀ ਬਾਣੀ ਪੜ੍ਹਦੇ ਆ ਨਾ, ਜੇ ਥੋੜ੍ਹਾ ਜਿਹਾ ਗੌਰ ਨਾਲ ਵੇਖੀਏ, ਇੱਕ ਪਾਸੇ ਤੇ ਬਾਦਸ਼ਾਹ ਉਹਨਾਂ ਨੂੰ ਕਹਿ ਰਿਹਾ ਹੈ ਵੀ ਤੂੰ ਇਹ ਸ਼ਬਦ ਛੱਡ ਦੇ, ਸਾਡੇ ਵਾਲਾ ਸ਼ਬਦ ਲੈ ਜਾਂ ਕਰਾਮਾਤ ਦਿਖਾ, ਤੇਰੇ ਪ੍ਰਾਣ ਬਖਸ਼ਾਂਗੇ। ਉਹ ਕਹਿੰਦੇ ਨੇ ਨਾ ਮੈਂ ਕਰਾਮਾਤ ਦਿਖਾ ਸਕਦਾ, ਨਾ ਹੀ ਮੈਂ ਸ਼ਬਦ ਛੱਡ ਸਕਦਾ। ਤੇ ਦੂਜੇ ਪਾਸੇ ਜੇਕਰ ਅਸੀਂ ਭਗਤ ਨਾਮਦੇਵ ਜੀ ਦੀ ਹੋਰ ਬਾਣੀ ਦੇ ਦਰਸ਼ਨ ਕਰੀਏ ਤੇ ਉਹ ਦੂਜਿਆਂ ਰਾਗਾਂ ਵਿੱਚ ਜਿਹੜੀ ਬਾਣੀ ਉਚਾਰਨ ਕਰਦੇ ਨੇ ਉਹ ਆਪ ਹੀ ਲਿਖ ਜਾਂਦੇ ਨੇ, ਕਰੀਮਾ ਰਹੀਮਾ ਅੱਲਾਹ ਤੂੰ ਗਣੀ। ਉਹ ਖੁਦਾ ਨੂੰ ਉਸ ਨਾਮ ਨਾਲ ਪੁਕਾਰ ਵੀ ਰਹੇ ਨੇ, ਉਹਨੂੰ ਕਰੀਮ ਵੀ ਕਹਿ ਰਹੇ ਨੇ, ਉਹਨੂੰ ਰਹੀਮ, ਇਹ ਸਾਰੇ ਸ਼ਬਦ ਉਸ ਭਾਸ਼ਾ ਦੇ ਨੇ, ਉਹ ਆਪ ਕਹਿ ਵੀ ਰਹੇ ਨੇ। ਮਾਂ ਨੇ ਕਿਹਾ ਪੁੱਤਰ ਜਦੋਂ ਤੂੰ ਰੱਬ ਦੀ ਭਗਤੀ ਕਰਦਾ ਮੈਂ ਤੇਰੇ ਮੁਖ ਤੋਂ ਸਾਰੇ ਹੀ ਨਾਮ ਸੁਣਦੀ ਹਾਂ, ਤੂੰ ਉਹਨੂੰ ਸਾਰੇ ਹੀ ਨਾਮਾਂ ਨਾਲ ਪੁਕਾਰਦਾ, ਅੱਜ ਕਿਉਂ ਨਹੀਂ? ਕਹਿਣ ਲੱਗੇ ਨਹੀਂ ਮਾਂ, ਵਿਰੋਧਤਾ ਵਿੱਚ ਆ ਕਰਕੇ ਸ਼ਬਦ ਨਹੀਂ ਤਬਦੀਲ ਕੀਤੇ ਜਾ ਸਕਦੇ। ਫਿਰ ਉੱਥੇ ਜੋ ਕੁਝ ਹੋਇਆ ਉਹਨਾਂ ਨੇ ਸਾਰੀ ਘਟਨਾ ਅੰਕਿਤ ਕੀਤੀ, ਉੱਥੇ ਫਿਰ ਪਰਮਾਤਮਾ ਆਪ ਪ੍ਰਗਟ ਹੋਇਆ। ਉਹ ਲਿਖਦੇ ਨੇ ਕਿ ਜਿਸ ਵਕਤ ਬਾਦਸ਼ਾਹ ਨੇ ਕਿਹਾ ਨਾ ਇਹਨੂੰ ਕਤਲ ਕਰ ਦਿੱਤਾ ਜਾਵੇ, ਤੇ ਕੋਈ 7 ਘੜੀਆਂ ਸਮਾਂ ਜਿਹੜਾ ਹੈ ਉਹਨਾਂ ਨੇ ਲਿਖਿਆ ਕਿ ਬਾਦਸ਼ਾਹ ਨੇ ਪਰਖ ਕੀਤੀ ਤੇ ਕਹਿ ਦਿੱਤਾ ਵੀ ਇਹ ਕੁਝ ਨਹੀਂ ਕਰ ਸਕਦਾ, ਤੁਸੀਂ ਕਤਲ ਕਰਕੇ ਤੈਨੂੰ ਖਤਮ ਕਰ ਦਿਓ, ਮੁਕਾ ਦਿਓ। ਜਿਸ ਵਕਤ ਕਤਲ ਦੀ ਤਿਆਰੀ ਹੋਈ ਤੇ ਭਗਤ ਨਾਮਦੇਵ ਜੀ ਲਿਖਦੇ ਨੇ ਪਖੰਤਨ ਬਾਜ ਬਜਾਇਲਾ ਗਰੁੜ ਚੜੇ ਗੋਬਿੰਦ ਆਇਲਾ। ਫਿਰ ਉਸ ਵਕਤ ਰੱਬ ਦੇ ਨਾਲ ਇਸ ਭਗਤ ਦੀ ਐਸੀ ਤਾਰ ਜੁੜੀ, ਐਸਾ ਸੰਬੰਧ ਜੁੜਿਆ ਕਿ ਭਗਤ ਨੇ ਅਰਾਧਿਆ ਤੇ ਪ੍ਰਮਾਤਮਾ ਹਾਜ਼ਰ ਹੋ ਕੇ ਖੜਾ ਹੋ ਗਿਆ। ਫਿਰ ਉਹ ਅੱਗੇ ਉਹਨਾਂ ਨੇ ਨਾ 3-4 ਤੁਕਾਂ ਦੇ ਵਿੱਚ ਆਪਣੀ ਤੇ ਆਪਣੇ ਰੱਬ ਦੀ ਸਿੱਧੀ ਜਿਹੜੀ ਗੋਸ਼ਟ ਵਿਚਾਰ ਹੋਈ ਉਹ ਵੀ ਲਿਖ ਦਿੱਤੀ। ਕਹਿ ਲੱਗੇ ਮੇਰੇ ਸਾਹਮਣੇ ਪ੍ਰਮਾਤਮਾ ਜੀ ਪ੍ਰਗਟ ਹੋਏ, ਪ੍ਰਭੂ ਜੀ ਆਏ ਤੇ ਆ ਕਰਕੇ ਪੁੱਛਣ ਲੱਗੇ ਮੁਸਕਰਾ ਕੇ ਨਾਮਦੇਵ ਜੀ ਕਿਵੇਂ ਮੁਸ਼ਕਲ 'ਚ ਫਸ ਗਏ ਹੋ? ਤੇ ਉਹਨਾਂ ਨੇ ਕਿਹਾ ਜੀ ਤੁਸੀਂ ਤੇ ਜਾਣਦੇ ਹੋ ਅੰਤਰਜਾਮੀ ਹੋ, ਵੇਖੋ ਸਾਡੇ ਨਾਲ ਕੀ ਕਰ ਰਹੇ ਨੇ। ਕਹਿਣ ਲੱਗੇ ਧੱਕਾ ਕਰ ਰਹੇ ਨੇ? ਕਹਿਣ ਲੱਗੇ ਜੀ। ਕਹਿਣ ਲੱਗੇ ਫਿਰ ਆਪਾਂ ਵੀ ਕਰ ਲੈਂਦੇ ਹਾਂ, ਤੁਸੀਂ ਦੱਸੋ ਫਿਰ ਆਪਾਂ ਵੀ ਕਰ ਲੈਂਦੇ ਹਾਂ, ਦੱਸੋ ਕੀ ਕਰਨਾ? ਉੱਥੇ ਉਹਨਾਂ ਨੇ ਬਚਨ ਲਿਖੇ ਕਹਿ ਤੋ ਧਰਨ ਇਕੌਡੀ ਕਰੂੰ। ਹੁਣ ਇਹ ਜਿਹੜਾ ਬਚਨ ਹੈ ਨਾ, ਇਹ ਨਾਮਦੇਵ ਦਾ ਪਰਮਾਤਮਾ ਪ੍ਰਭੂ ਜੀ ਦਾ ਉਹ ਆਰਾਧਨ ਕਰਦੇ ਨੇ ਗੁਪਤ ਰੂਪ ਦੇ ਅੰਦਰ, ਨਾਮਦੇਵ ਜੀਆਂ ਦੇ ਨਾਲ ਜਿਹਦੀ ਗੋਸ਼ਟ ਚੱਲ ਰਹੀ ਹੈ ਉਹ ਉਹਨੂੰ ਕਹਿ ਰਿਹਾ, ਬਚਨ ਉਹਨਾਂ ਨੇ ਉਚਾਰਨ ਕਰ ਦਿੱਤਾ। ਨਾਮਦੇਵ ਜੀ ਨੂੰ ਕਹਿ ਰਿਹਾ ਵੀ ਕਹਿ ਤੋ ਧਰਨ ਕੌਡੀ ਕਰੂੰ, ਕਹਿ ਤੋ ਲੈ ਕਰ ਉੱਪਰ ਧਰੂੰ, ਆਖੇ ਤੇ ਮੈਂ ਆਪਣੇ ਹੱਥ ਤੇ ਚੱਕ ਕੇ ਤੇ ਨਾ ਸਾਰਿਆਂ ਨੂੰ ਕਿਤੇ ਦੂਰ ਸਿੱਟ ਦਿਆਂ, ਖਤਮ ਕਰ ਦਿਆਂ। ਕਹਿ ਤੋ ਮੂਈ ਗਊ ਦੇਉ ਜਿਵਾਏ ਸਭ ਕੋਈ ਦੇਖੈ ਪਤਿਆਏ। ਜੇ ਤੂੰ ਆਖੇ ਤੇ ਇਹ ਗਾ ਜਿੰਦਾ ਕਰਦੇ ਨੇ ਆਪਾਂ, ਆਪਣੇ ਲਈ ਮੁਸ਼ਕਲ ਕੀ ਹੈ? ਕਿਉਂਕਿ ਸਮਰੱਥ ਲਈ ਸਰਬ ਕਲਾ ਜਿਹਦੇ ਹੱਥ ਵਿੱਚ, ਉਹਦੇ ਲਈ ਮੁਸ਼ਕਲ ਕੀ, ਉਹ ਕੁਝ ਵੀ ਕਰ ਸਕਦਾ। ਤੇ ਭਗਤ ਨਾਮਦੇਵ ਜੀ ਹੱਥ ਜੋੜ ਕੇ ਕਹਿੰਦੇ ਨੇ ਅਸੀਂ ਇਹਨਾਂ ਬਾਦਸ਼ਾਹ ਦੀ ਤਰ੍ਹਾਂ ਕਿਸੇ ਨੂੰ ਕੌਤਕ ਨਹੀਂ ਵਿਖਾਉਂਦੇ, ਪ੍ਰਭੂ ਜੀ ਮੇਰੀ ਤੇ ਇੰਨੀ ਪੁਕਾਰ ਹੈ ਵੀ ਜਿਵੇਂ ਤੁਸੀਂ ਭਗਤ ਦੀ ਪੈਜ ਸਦਾ ਰੱਖਦੇ ਹੋ ਅੱਜ ਵੀ ਮੇਰੀ ਰੱਖ ਲਓ, ਅੱਗੇ ਤੁਹਾਡੀ ਜੋ ਮੌਜ ਹੈ ਭਗਤ ਉਹਦੇ ਤੇ ਕਿੰਤੂ ਨਹੀਂ ਕਰਦਾ। ਤੇ ਸਾਡਾ ਇਤਿਹਾਸ ਭਗਤ ਨਾਮਦੇਵ ਜੀ ਦੀ ਬਾਣੀ ਜਾਂ ਸਾਖੀਆਂ ਜਿਹੜੀਆਂ ਹਵਾਲਾ ਲਿਖਦੀਆਂ ਨੇ ਉਹ ਇਹੀ ਹੈ ਕਿ ਪ੍ਰਮਾਤਮਾ ਨੇ ਉਹ ਗਾਂ ਜਿਹੜੀ ਸੀ ਉਹਨੂੰ ਜਿਉਂਦਾ ਕਰ ਦਿੱਤਾ। ਗਾਂ ਨੂੰ ਚੋਇਆ ਗਿਆ, ਉਹਦਾ ਦੁੱਧ ਕੱਢ ਕੇ ਜਿਸ ਵਕਤ ਬਾਦਸ਼ਾਹ ਦੇ ਸਨਮੁਖ ਰੱਖਿਆ, ਬਾਦਸ਼ਾਹ ਨੇ ਕੌਤਕ ਤੇ ਵੇਖਿਆ, ਲੇਕਿਨ ਜਿਵੇਂ ਹੀ ਬਾਦਸ਼ਾਹ ਆਪਣੇ ਮਹਿਲ ਵਿੱਚ ਮੁੜਿਆ ਭਗਤ ਨਾਮਦੇਵ ਜੀ ਕਹਿੰਦੇ ਨੇ ਫਿਰ ਔਕਟ ਹੀ ਘਟ ਲਾਗੀ ਆਏ। ਫਿਰ ਰੱਬ ਨੇ ਦੂਜਾ ਪਾਸਾ ਵੀ ਉਹਦੇ ਲਈ ਤਿਆਰ ਕਰ ਦਿੱਤਾ, ਜਿਹੜਾ ਭਗਤ ਨਾਲ ਵਿਰੋਧਤਾ ਕਰਦਾ। ਜਿਵੇਂ ਅਸੀਂ ਰੋਜ਼ ਸ਼ਾਮ ਨੂੰ ਜਦੋਂ ਨਿਤਨੇਮ ਹੁੰਦਾ ਨਾ ਬਾਣੀ ਪੜ੍ਹਦੇ ਹਾਂ, ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਹਰ ਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਧਰਾਇਆ, ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇ ਮੁਖ ਲਾਇਆ। ਇੱਦਾਂ ਪ੍ਰਮਾਤਮਾ ਨੇ ਆਪਣੇ ਭਗਤ ਨੂੰ ਆਪਣੇ ਨਾਲ ਲਾ ਕੇ ਬਿਠਾਇਆ। ਇੱਦਾਂ ਭਗਤ ਦੀ ਵਡਿਆਈ ਉਹਨਾਂ ਨੇ ਜਗ ਜ਼ਾਹਰ ਕੀਤੀ। ਮੈਂ ਬੇਨਤੀ ਕਰ ਰਿਹਾ ਸੀ, ਬਹੁਤ ਵੱਡਾ ਉਪਦੇਸ਼ ਉਸ ਭਗਤ ਨੇ ਸਾਨੂੰ ਸੰਸਾਰ ਵਾਸੀਆਂ ਨੂੰ ਦਿੱਤਾ। ਕੇਵਲ ਉਸ ਵਕਤ ਹੀ ਨਹੀਂ, ਕਿਉਂਕਿ ਲਗਭਗ 79-80 ਵਰੇ ਉਹ ਇਸ ਧਰਤੀ 'ਤੇ ਸਰੀਰ ਕਰਕੇ ਵਿਚਰੇ ਅਤੇ ਸ਼ਬਦ ਕਰਕੇ ਤਾਂ ਮੈਂ ਕਹਾਂਗਾ ਉਹ ਸਦਾ ਲਈ ਹੁਣ ਇਸ ਧਰਤੀ 'ਤੇ ਬੈਠੇ ਨੇ। ਜਿਸ ਵੀ ਗੁਰਮੁਖ ਨੇ ਦਰਸ਼ਨ ਕਰਨੇ ਨੇ ਨਾ, ਜਾਂ ਉਹਨਾਂ ਦੀ ਭਗਤੀ ਜਿਹੜੀ ਰਹੀ, ਜੋ ਉਪਦੇਸ਼ ਹੈ, ਉਹ ਜੋ ਤੱਤ ਪ੍ਰਾਪਤ ਕਰਨਾ ਹੈ, ਅਤੇ ਅੱਜ ਵੀ ਪਹਿਲਾ ਬਚਨ ਉਹਨਾਂ ਦਾ ਗੌੜੀ ਰਾਗ ਵਿੱਚੋਂ ਬਾਣੀ ਪ੍ਰਾਰੰਭ ਹੋ ਜਾਂਦੀ ਹੈ, ਦੇਵਾ ਪਾਹਨ ਤਾਰੀਅਲੇ ਰਾਮ ਕਹਿਤ ਜਨ ਕਸ ਨਾ ਤਰੇ। ਰਾਮ ਪ੍ਰਭੂ ਜੀ ਤੁਹਾਡਾ ਨਾਮ ਲੈਂਦਿਆਂ ਕੋਈ ਕਿਉਂ ਨਾ ਤਰੇਗਾ, ਕਿਉਂਕਿ ਤੁਹਾਡੇ ਨਾਮ ਵਿੱਚ ਹੀ ਇਹ ਬੜੀ ਵੱਡੀ ਬਰਕਤ ਹੈ। ਤਾਰੀਅਲੇ ਬਿਨ ਰੂਪ ਕੁਬਿਜ਼ਾ ਬਿਆਦ ਅਜ਼ਾਮਲ ਤਾਰੀਅਲੇ ਹਉ ਬਲ ਬਲ ਜਿਨ ਰਾਮ ਕਹੇ, ਦਾਸੀ ਸੁਤ ਜਨ ਬਿਦਰ ਸੁਦਾਮਾ ਉਗਰ ਸੈਨ ਕੋ ਰਾਜ ਦੀਏ, ਜਪਹੀਨ ਤਪਹੀਨ ਕੁਲਹੀਨ ਕਰਮਹੀਨ ਨਾਮੈ ਕੇ ਸੁਆਮੀ ਤਹੂ ਤਰੇ। ਕਹਿੰਦੇ ਨੇ ਇੱਦਾਂ ਤਾਰ ਦਿੰਦੇ ਹੋ ਤੁਸੀਂ
ਭਗਤ ਨਾਮਦੇਵ ਜੀ ਨੇ ਬਹੁਤ ਵੱਡੀ ਉਹਨਾਂ ਦੇ ਇਹ ਜਿਹੜੇ ਅੰਦਰ ਦੇ ਦਰਸ਼ਨ ਨੇ ਨਾ, ਜੋ ਰੂਹਾਨੀਅਤ ਦੇ ਦਰਸ਼ਨ ਨੇ, ਉਹ ਸਾਰੇ ਸਾਨੂੰ ਬਾਣੀ ਵਿੱਚੋਂ ਹੋ ਜਾਂਦੇ ਨੇ। ਮੈਂ ਬੇਨਤੀ ਕਰਾਂ, ਅੱਜ ਜਿਵੇਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਚਨ ਸਾਨੂੰ ਬਖਸ਼ੇ ਨੇ ਨਾ, ਇੱਕ ਭਵਰਾ ਗੁੰਜ਼ਾਰ ਪਾਉਂਦਾ, ਫੁੱਲ ਦੇ ਨਜ਼ਦੀਕ ਆ ਕੇ ਰੋਲਾ ਪਾਉਂਦਾ, ਇੱਥੇ ਰਸ ਹੈ, ਇੱਥੇ ਸ਼ਹਿਦ ਹੈ, ਇੱਥੇ ਕਿਰਪਾ ਹੈ। ਜਾਂ ਜਿਵੇਂ ਇੱਕ ਚਾਤਰਿਕ ਜਿਹੜਾ ਹੈ, ਅਗਲਾ ਉਦਾਹਰਨ ਚਾਤਰਿਕ ਦਾ ਹੈ, ਚਾਤਰਿਕ ਚਿੱਤ ਪਿਆਸ, ਚਾਤਰਿਕ ਚਿੱਤ ਪਿਆਸ ਇਹ ਕੰਨ ਬੂੰਦ ਬਚਿੱਤਰ ਮਨ ਆਸ ਇਹ ਅਲ ਪੀਵਤ ਬਿਨ ਸਤਾਪ। ਚਾਤਰਿਕ ਵੀ ਰੋਲਾ ਪਾਉਂਦਾ, ਚਾਤਰਿਕ ਵੀ ਉਡੀਕ ਲੈ ਕੇ ਬੈਠਾ, ਚਾਤਰਿਕ ਨੂੰ ਵੀ ਉਸ ਨਾਮ ਜਲ ਦੀ ਪਿਆਸ ਹੈ। ਜਿਵੇਂ ਇੱਕ ਭਵਰਾ ਤੇ ਇੱਕ ਚਾਤਰਿਕ, ਦੋ ਪੰਛੀਆਂ ਦੀ ਉਦਾਹਰਨ ਲੈ ਕਰਕੇ ਦੱਸਿਆ ਵੀ ਇਹ ਗੁਣ ਵੇਖ ਕਰਕੇ ਤੇ ਉੱਥੇ ਟਿਕ ਜਾਂਦੇ ਨੇ, ਠੀਕ ਇਸੇ ਤਰ੍ਹਾਂ ਭਗਤ ਟਿਕ ਜਾਂਦਾ ਜੇ। ਠੀਕ ਇਸੇ ਤਰ੍ਹਾਂ ਭਗਤ ਨਾਮਦੇਵ ਜੀਆਂ ਦੀ ਬਾਣੀ ਦੇ ਵਿੱਚੋਂ ਦਰਸ਼ਨ ਕਰੀਏ ਨਾ ਗੁਰਮੁਖੋ, ਤੇ ਉਹਨਾਂ ਨੇ ਰੌਲਾ ਪਾਇਆ, ਕਿਉਂਕਿ ਉਹਨਾਂ ਦੇ ਅਸੀਂ ਕਈ ਸ਼ਬਦ ਪੜ੍ਹਦੇ ਆ, ਉਹ ਆਪ ਲਿਖਦੇ ਨੇ, ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਗ। ਉਹਨਾਂ ਕਹਿ ਦਿੱਤਾ, ਬੇਸ਼ੱਕ ਮੇਰੀ ਨਿੰਦਾ ਕਰੋ, ਮੈਨੂੰ ਮਾੜਾ ਕਹੋ, ਮੇਰੀ ਜਾਤੀ ਨੂੰ ਨਿੰਦੋ, ਮੇਰੀ ਕੁਲ ਨੂੰ ਨਿੰਦੋ, ਜੋ ਤੁਸੀਂ ਮਰਜ਼ੀ ਕਹੋ, ਪਰ ਅੱਜ ਜਿਸ ਬਖਸ਼ਿਸ਼ ਜਿਸ ਕਿਰਪਾ ਦੀ ਮੈਨੂੰ ਪ੍ਰਾਪਤੀ ਹੋਈ ਹੈ, ਕਹਿੰਦੇ ਨੇ ਤਨ ਮਨ ਰਾਮ ਪਿਆਰੇ ਜੋਗ। ਅੱਜ ਤੇ ਉਹ ਪ੍ਰਭੂ ਮਿਲ ਗਿਆ ਹੈ, ਅੱਜ ਉਹ ਰਸ ਮਿਲ ਗਿਆ ਹੈ, ਅੱਜ ਉਹ ਥਾਂ ਮਿਲ ਗਈ ਹੈ। ਅੱਜ ਮੈਂ ਬੌਰੀ ਮੇਰਾ ਰਾਮ ਪਤਾਰ, ਰਚ ਰਚ ਤਾਂ ਕੋ ਕਰੂੰ ਸ਼ਿੰਗਾਰ। ਮੇਰਾ ਪਰਮਾਤਮਾ, ਮੇਰਾ ਪਤੀ, ਮੇਰਾ ਮਾਲਕ, ਮੈਂ ਉਹਦੇ ਲਈ ਅੱਜ ਸਜ ਧੱਜ ਕੇ ਤਿਆਰ ਹੋ ਕਰਕੇ ਜੀਵ ਆਤਮਾ ਬੈਠੀ ਹੈ, ਉਹਨੇ ਆਉਣਾ ਹੈ ਤੇ ਮੇਰੇ ਉੱਪਰ ਇਹ ਕਿਰਪਾ ਵਰਤਾਉਣੀ ਹੈ। ਸੱਚ ਹੈ, ਇਹ ਭਗਤ ਦੱਸਦਾ ਕਿ ਗੁਰਮੁਖ ਨੇ ਕਿਸ ਥਾਂ ਤੇ ਬਹਿਣਾ, ਗੁਰਮੁਖ ਨੇ ਕਿਹੜੀ ਕਿਰਪਾ ਨੂੰ ਮੰਨਣਾ, ਗੁਰਮੁਖ ਦੇ ਲਈ ਰਸ ਕਿੱਥੇ ਹੈ, ਗੁਰਮੁਖ ਦੇ ਲਈ ਸ਼ਹਿਦ ਕਿੱਥੇ ਹੈ। ਆ ਗੁਰੂ ਚਰਨਾਂ ਵਿੱਚ ਆਪਾਂ ਬੈਠੇ ਆ ਨਾ, ਭਗਤ ਪੁਕਾਰ ਪੁਕਾਰ ਕੇ ਪਿਆ ਕਹਿੰਦਾ ਆਓ ਇਸ ਥਾਂ ਤੇ। ਭਗਤ ਨੇ ਬੋਲ ਬੋਲ ਕੇ ਸਭ ਨੂੰ ਇਹ ਗੱਲ ਕਹੀ ਵੀ ਇਸ ਥਾਂ ਤੇ ਵੱਡੀ ਕਿਰਪਾ ਵਰਤਦੀ ਹੈ, ਗੁਰਮੁਖੋ ਤੁਸੀਂ ਆ ਕਰਕੇ ਬੈਠੋ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਲਿਖਦੇ ਨੇ, ਤਾਪਾ ਬਿਨਾਸਨ ਦੂਖ ਨਾਸਨ ਮਿਲ ਪ੍ਰੇਮ ਮਨ ਤਨ ਅਤ ਕਣਾ ਸੁੰਦਰ ਚਤੁਰ ਸੁਜਾਨ ਸੁਆਮੀ ਕਮਲ ਰਸਨਾ ਗੁੜ ਪਾਣਾ। ਉਹ ਕਿੰਨਾ ਵੱਡਾ ਸੁਆਮੀ ਹੈ। ਭਗਤ ਨਾਮਦੇਵ ਜੀਆਂ ਨੂੰ ਪੜ੍ਹੀਏ ਨਾ, ਬਾਣੀ ਉਹਨਾਂ ਦੀ ਪੜ੍ਹੀਏ, ਤੇ ਉਹ ਕਹਿੰਦੇ ਨੇ, ਆਓ ਕਲੰਦਰ ਕੇਸਵਾ ਕਾਰੇ ਵਧਾਲੀ ਪੇਸ਼ਵਾ। ਕਹਿੰਦੇ ਨੇ ਕਲੰਦਰ ਐ ਮਾਲਕ ਸਾਈਂ ਰੱਖਣ ਵਾਲਿਆ, ਤੇਰੀ ਗੱਲ ਮੈਂ ਹੁਣ ਕਿੱਦਾਂ ਕਰਾਂ, ਕਿਉਂਕਿ ਮੇਰੇ ਪਾਸ ਤੇ ਉਹ ਸ਼ਬਦ ਹੀ ਨਹੀਂ ਨੇ। ਜਦੋਂ ਤੁਸੀਂ ਕਿਰਪਾ ਵਰਤਾਉਂਦੇ ਹੋ, ਜਦੋਂ ਤੁਸੀਂ ਆਪਣੀ ਬਖਸ਼ਿਸ਼ ਕਰਦੇ ਹੋ, ਸੱਚ ਜਾਣੋ ਇੱਕ ਆਮ ਜਿਹਾ ਮਨੁੱਖ ਬਹੁਤ ਉੱਚੀ ਪਦਵੀ ਤੇ ਚਲਾ ਜਾਂਦਾ। ਜਿਵੇਂ ਭਗਤ ਨਾਮਦੇਵ ਜੀ ਕੀ ਸਿਫਤ ਗੁਰੂ ਅਰਜਨ ਦੇਵ ਸਾਹਿਬ ਜੀਆਂ ਨੇ ਕੀਤੀ ਨਾ, ਤੇ ਉਹਨਾਂ ਨੇ ਕਹਿ ਦਿੱਤਾ, ਗੋਵਿੰਦ 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 ਸੰਗ ਨਾਮਦੇਵ ਮਨ ਲੀਣਾ ਆੜ ਦਾਮ ਕੋ ਛੀਪਰੋ ਹੋਇਓ ਲਾਖੀਣਾ। ਜਦੋਂ ਤੁਸੀਂ ਕਿਰਪਾ ਕਰਦੇ ਹੋ ਤੇ ਸੱਚਮੁੱਚ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਨੇ, ਪ੍ਰਭੂ ਦੀ ਕਿਰਪਾ ਬਹੁਤ ਵੱਡੀ ਹੈ। ਸੁੰਦਰ ਚਤੁਰ ਸੁਜਾਨ ਸੁਆਮੀ ਕਮਲ ਰਸਨਾ ਗੁਣ ਪਾਣਾ। ਸੁੰਦਰ ਸੋਹਣਾ, ਕਿਹੜੀ ਰਸਨਾ ਦੇ ਨਾਲ ਤੁਹਾਡੇ ਗੁਣਾਂ ਦਾ ਵਿਖਿਆਨ ਕਰੀਏ। ਗਹੇ ਭੁਜਾ ਲੇਵੋ ਨਾਮ ਦੇਵੋ ਦ੍ਰਿਸ਼ਟ ਧਾਰਤ ਮਿਟਤ ਤਾਪ ਨਾਨਕ ਜੰਪੈ ਪਤਤ ਪਾਵਨ ਹਰ ਦਰਸ ਦੇਖਤ ਮਿਟਾ ਸੰਤਾਪ। ਗਾਹੇ ਪੂਜਾ ਲੇਵੋ, ਹੱਥ ਫੜੋ ਤੇ ਸਾਡਾ ਉਧਾਰ ਕਰ ਲਓ। ਭਗਤ ਨਾਮਦੇਵ ਜੀ ਨੂੰ ਪੁੱਛੀਏ, ਕਿਉਂਕਿ ਅੱਜ ਉਹਨਾਂ ਦਾ ਦਿਹਾੜਾ ਹੈ। ਗਾਹੇ ਪੂਜਾ ਲੇਵੋ, ਕਿਵੇਂ ਬਾਂਹ ਫੜੋ ਜੀ ਸਾਡੀ? ਉਹ ਕਹਿੰਦੇ ਨੇ, ਮੋਕੋ ਤਾਰ ਲੈ ਰਾਮਾ ਤਾਰ ਲੈ। ਗਾਹੇ ਪੂਜਾ ਲੇਵੋ, ਮੈਂ ਅਜਾਨ ਜਨ ਤਰਬੇ ਨਾ ਜਾਨੂ ਬਾਪ ਬੀਠਲ ਮੋਕੋ ਬਾਹਾਂ ਦੇ। ਮੈਂ ਤਰ ਨਹੀਂ ਸਕਦਾ। ਨਰ ਤੇ ਸੁਰ ਹੋਏ ਜਾਤ ਨਿਮਖ ਮੈਂ ਸਤਿਗੁਰੂ ਬੁੱਧ ਸਿਖਲਾਈ। ਨਰ ਤੇ ਉਪਜ ਸੁਰਗ ਕੋ ਜੀਤੋ ਸੋ ਔਖਦ ਮੈਂ ਪਾਈ। ਜਹ ਜਹ ਧੂ ਨਾਰਦ ਟੇਕੇ ਨੈਕ ਟਿਕਾਵੋ ਮੋਹੇ। ਤੇਰੇ ਨਾਮ ਅਵਲੰਬ ਬਹੁਤ ਜਨ ਉਧਰੇ। ਨਾਮ ਅਵਲੰਬ ਤੋਂ ਭਾਵ ਤੇਰੇ ਨਾਮ ਦਾ ਆਸਰਾ ਲੈ ਲੈ ਕਰਕੇ ਪਤਾ ਹੀ ਨਹੀਂ ਕਿਤਨੇ ਕੁ ਸੰਸਾਰ ਤੋਂ ਪਾਰ ਹੋ ਗਏ ਨੇ। ਨਾਮੇ ਕੀ ਨਿਜ ਮਤ ਇਹ। ਗਹਿ ਪੂਜਾ ਲੇਵੋ, ਸਾਡੀ ਬਾਂਹ ਫੜੋ। ਜਾਂ ਉਹ ਬਚਨ ਲਿਖਦੇ ਨੇ, ਮੋਕੋ ਤੂੰ ਨਾ ਵਿਸਾਰੇ, ਤੂੰ ਨਾ ਵਿਸਾਰੇ ਮੇਰੇ ਰਾਮਈਆ। ਆਲਾਵੰਤੀ ਇਹ ਭਰਮ ਜੋ ਹੈ ਮੁਝ ਉੱਪਰ ਸਭ ਕੋ ਪਿਲਾ। ਕਿ ਪ੍ਰਭੂ ਜੇ ਤੁਸੀਂ ਮਾਂ ਛੱਡੀ ਨਾ, ਤੇ ਆ ਜਿਹੜੇ ਵੱਡੇ ਵੱਡੇ ਘਰਾਣਿਆਂ ਵਾਲੇ ਬਾਦਸ਼ਾਹ ਲੋਕ ਨੇ, ਇਹਨਾਂ ਨੇ ਸਾਨੂੰ ਜੀਣ ਨਹੀਂ ਦੇਣਾ। ਸੱਚਮੁੱਚ ਤੁਸੀਂ ਹੀ ਹੋ ਜਿਹੜੀ ਸਾਡੀ ਗਰੀਬਾਂ ਦੀ ਰੱਖਿਆ ਕਰਦੇ ਹੋ। ਭਗਤੀ ਕਹਿੰਦਾ, ਐਸੀ ਲਾਲ ਤੁਝ ਬਿਨ ਕੌਣ ਕਰੈ। ਗਰੀਬ ਨਿਵਾਜ ਗੁਸਈਆ ਮੇਰਾ ਮਾਥਾ ਛਤਰ ਤਰੈ। ਜਾ ਕੀ ਸੋਤ ਜਗਤ ਕੋ ਲਾਗਾ ਤਾ ਪਰ ਤੂੰ ਹੀ ਟਰੈ। ਨੀਚੋ ਊਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ। ਅਗਲੇ ਪਦ ਵਿੱਚ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਲਿਖਿਆ, ਚਿਤਵੋ ਚਿਤਨਾਥ ਚਿਤਵੋ ਚਿਤਨਾਥ ਹੇ ਰਾਖ ਲੇਵੋ ਸਰਨ ਅਨਾਥ। ਇਹ ਮਿਲ ਚਾਓ ਚਾਈਲੇ ਪ੍ਰਾਣ। ਚਿੱਤ ਇੱਛਾ ਹੈ, ਚਿਤਵੋ ਚਿਤਨਾਥ। ਇਹ ਚਿਤਨਾਥ ਹੈ ਅੰਦਰ ਦੇ ਮਾਲਕ। ਮੇਰੇ ਵੀ ਚਿੱਤ ਦੀ ਇਹ ਇੱਛਾ ਹੈ ਕਿ ਮੇਰੇ ਗਰੀਬ ਦੇ ਉੱਪਰ ਵੀ ਆਪ ਕਿਰਪਾ ਕਰੋ। ਭਗਤ ਨਾਮਦੇਵ ਜੀ ਆਪ ਜੀਆਂ ਦੇ ਅੰਦਰ ਕਿੰਨੀ ਇੱਛਾ ਹੈ।
ਉਹਨਾਂ ਤੇ ਬੜੇ ਕਮਾਲ ਦੇ ਉਦਾਹਰਨ ਦਿੱਤੇ ਗੁਰਮੁਖੋ। ਬਾਣੀ ਪੜ੍ਹ ਕੇ ਨਾ ਉਹਨਾਂ ਤੇ ਐਨ ਸਿਰੇ ਦੀ ਗੱਲ ਕੀਤੀ। ਜਿਵੇਂ ਉਹ ਲਿਖਦੇ ਨੇ, ਕਹਿੰਦੇ ਨੇ, ਨਾਦ ਭਰਮੇ ਜੈਸੇ ਮਿਰਗਾਏ, ਪ੍ਰਾਣ ਤਜੇ ਵਾਕੋ ਧਿਆਨ ਨਾ ਜਾਏ। ਨਾਦ ਦੇ ਵਿੱਚ ਮਸਤ ਹੋਇਆ ਮਿਰਗ ਆਪਣੇ ਪ੍ਰਾਣ ਗਵਾ ਦੇਗਾ, ਲੇਕਿਨ ਆਪਣਾ ਧਿਆਨ ਨਹੀਂ ਟੁੱਟਣ ਦੇਗਾ। ਚਿਤਵੋ ਚਿਤਨਾਥ, ਨਾਦ ਭਰਮੇ ਜੈਸੇ ਮਿਰਗਾਏ, ਪ੍ਰਾਣ ਤਜੇ ਵਾਕੋ ਧਿਆਨ ਨਾ ਜਾਏ। ਐਸੇ ਰਾਮ ਨਾਮਾ ਐਸੇ ਹੇਰੂ, ਰਾਮ ਛੋੜ ਚਿਤ ਅੰਤ ਨਾ ਫੇਰੂ। ਚਿਤਵੋ ਚਿਤਨਾਥ, ਕਹਿੰਦੇ ਨੇ ਪ੍ਰਭੂ ਜੀ ਤੁਹਾਨੂੰ ਛੋੜ ਕੇ ਮੈਂ ਚਿੱਤ ਆਪਣਾ ਹੋਰ ਪਾਸੇ ਕਿਵੇਂ ਲਾ ਲਵਾਂ, ਕਿਉਂਕਿ ਜਦੋਂ ਤੋਂ ਤੁਹਾਡੇ ਨਾਮ ਦਾ ਰੰਗ ਮਾਣਿਆ ਇਹ ਚਿੱਤ ਹੋਰ ਕਿਸੇ ਪਾਸੇ ਜਾ ਹੀ ਨਹੀਂ ਰਿਹਾ। ਤੇ ਅੱਗੇ ਉਹਨਾਂ ਨੇ ਬੜੇ ਕਮਾਲ ਦੀਆਂ 4-5 ਉਦਾਹਰਨਾਂ ਦਿੱਤੀਆਂ। ਉਹ ਲਿਖਦੇ ਨੇ, ਕਹਿੰਦੇ ਨੇ, ਜੈਸੇ ਮੀਨਾ ਹੇਰੇ ਪਸੁਆਰਾ, ਸੋਨਾ ਗੜਤੇ ਹੀਰੇ ਸੁਨਾਰਾ। ਜੈਸੇ ਬਿਖਈ ਹੀਰੇ ਪਰ ਨਾਰੀ, ਕੌਡਾ ਡਾਰਤ ਹੀਰਾ ਜਵਾਰੀ। ਜੈ ਜੈ ਪੇਖੂ ਤੈ ਤੈ ਨਾਮਾ, ਤੁਮਰੇ ਚਰਨ ਚਿਤ ਧਿਆਵੈ ਨਾਮਾ। ਚਿਤਵੋਂ ਚਿਤਨਾਥ, ਸੱਚਮੁੱਚ ਉਹ ਕਹਿੰਦੇ ਨੇ ਜਿਵੇਂ ਸ਼ਿਕਾਰੀ ਸ਼ਿਕਾਰ ਕਰਨ ਲੱਗਾ ਆਪਣੀ ਸੁਰਤ ਟਿਕਾਉਂਦਾ, ਜਿਵੇਂ ਸੁਨਾਰ ਸੋਨਾ ਕਰਨ ਲੱਗਾ ਆਪਣੀ ਸੁਰਤ ਟਿਕਾਉਂਦਾ, ਜਿਵੇਂ ਇੱਕ ਵਿਸ਼ਈ ਮਨੁੱਖ ਪਰ ਤਨ ਤੇ ਆਪਣੀ ਸੁਰਤ ਟਿਕਾ ਲੈਂਦਾ, ਜਿਵੇਂ ਇੱਕ ਜੁਆਰੀ ਮਨੁੱਖ ਜੂਏ ਦੀ ਬਾਜੀ ਲਾਉਣ ਦੇ ਵਿੱਚ ਆਪਣੀ ਸੁਰਤ ਟਿਕਾ ਲੈਂਦਾ। ਕਹਿੰਦੇ ਨੇ ਇਸ ਤਰੀਕੇ ਦੇ ਨਾਲ ਇੱਕ ਭਗਤ ਆਪਣੀ ਸੁਰਤ ਤੁਹਾਡੇ ਚਰਨਾਂ ਵਿੱਚ ਟਿਕਾ ਕੇ ਬੈਠਾ। ਆਪ ਕਿਰਪਾ ਕਰੋ, ਆਪ ਰਹਿਮਤ ਕਰੋ। ਹੇ ਚਿਤਵੋ ਚਿਤਨਾਥ, ਚਿਤਵੋ ਚਿਤਨਾਥ ਹੈ ਚਿੱਤ ਦੇ ਨਾਥ, ਇਹ ਅੰਦਰ ਦੀ ਜਾਣਨ ਵਾਲੇ ਪ੍ਰਭੂ ਆਪ ਜੀ ਕੇ ਚਰਨਾਂ ਵਿੱਚ ਅਰਦਾਸ ਕਰਦੇ ਆ। ਰਾਖ ਲੇਵੋ ਸਰਨ ਅਨਾਥ, ਇਹ ਮਿਲ ਚਾਓ ਚਾਈਲੇ ਪ੍ਰਾਣ। ਆਪ ਆਪਣੀ ਸ਼ਰਨ ਵਿੱਚ ਰੱਖ ਲਵੋ, ਸਾਡੇ ਪ੍ਰਾਣ ਤੁਹਾਡੇ ਹੀ ਚਰਨਾਂ ਵਿੱਚ ਆ ਕਰਕੇ ਟਿਕਦੇ ਨੇ। ਸੁੰਦਰ ਤਨ ਧਿਆਨ, ਸੁੰਦਰ ਤਨ ਧਿਆਨ, ਹੈ ਲੁਬਧ ਗੋਪਾਲ ਗਿਆਨ, ਹੈ ਜਾਚਕ ਜਨ ਰਾਖਤ ਆਪ। ਸੁੰਦਰ ਤਨ ਧਿਆਨ, ਆਪ ਜੀ ਕੇ ਸ਼ਬਦ ਵਿੱਚ, ਆਪ ਜੀ ਕੀ ਸੁਰਤ ਵਿੱਚ, ਆਪ ਜੀ ਕੇ ਚਰਨਾਂ ਵਿੱਚ ਟਿਕਿਆ ਹੋਇਆ ਧਿਆਨ, ਇਸੇ ਨੂੰ ਸਰਵੋਤਮ ਧਿਆਨ ਗਿਣਿਆ ਜਾਂਦਾ। ਸੁੰਦਰ ਤਨ ਧਿਆਨ ਤੋਂ ਭਾਵ ਜਿਹੜੀ ਆਪ ਜੀ ਕੀ ਬਖਸ਼ਿਸ਼ ਹੈ। ਜਿਵੇਂ ਗੁਰੂ ਕਲਗੀਧਰ ਮਹਾਰਾਜ ਜੀ ਕੇ ਤਨ ਦਾ ਧਿਆਨ, ਤੇ ਮੈਂ ਕਹਿੰਦਾ ਭਾਈ ਨੰਦ ਲਾਲ ਸਾਹਿਬ ਜੀਆਂ ਤੋਂ ਪੁੱਛੋ ਕਿਵੇਂ ਕਰੀਦਾ ਹੁੰਦਾ। ਬੜੀ ਕਮਾਲ ਦੀ ਗੱਲ ਲਿਖਦੇ ਨੇ। ਉਹ ਕਹਿੰਦੇ ਨੇ, ਦੀਨੋ ਦੁਨੀਆ ਦਰ ਕੋ ਮੰਦੇ ਆਪ ਪਰੀ ਰੁਖਸਾਰ ਮਾ, ਹਰ ਦੋ ਆਲਮ ਕੀਮਤੀ ਯਖਤਾਰ ਮੁਏ ਯਾਰ ਮਾ। ਕਿਵੇਂ ਧਿਆਨ ਟਿਕਦਾ। ਖੈਰ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਲਿਖਦੇ ਨੇ, ਮਹਾਰਾਜ ਆਪ ਜੀ ਕੇ ਚਰਨਾਂ ਵਿੱਚ ਇੱਕ ਸੇਵਕ ਦਾ, ਇੱਕ ਪਿਆਰੇ ਦਾ ਜਿਹੜਾ ਧਿਆਨ ਹੈ ਉਹ ਇਸ ਵਿੱਚ ਟਿਕਦਾ ਹੈ। ਪ੍ਰਭ ਮਾਨ ਪੂਰਨ ਦੁੱਖ ਬਦੀਰਨ ਸਗਲ ਇਚ ਪੁਜੰਤੀਆ, ਹਰ ਕੰਠ ਲਾਗੇ ਦਿਨ ਸੁਭਾਗੇ ਮਿਲੈ ਨਹਾ ਖੁਜੰਤੀਆ। ਜਿਸ ਵਕਤ ਆਪ ਜੀਆਂ ਕੇ ਗਲੇ ਲੱਗੇ ਹਾਂ, ਜਿਸ ਵਕਤ ਆਪ ਜੀ ਕੀ ਸ਼ਰਨ ਪਾਈ ਹੈ, ਇਸ ਤੋਂ ਉਪਰੰਤ ਹੁਣ ਹੋਰ ਕੋਈ ਸ਼ੈ ਦੀ ਇੱਛਾ ਨਹੀਂ ਹੈ। ਦਿਨ ਸੁਭਾਗੇ ਦਿਨ ਚੰਗੇ ਆ ਗਏ ਨੇ, ਮਿਲ ਨਹਾ ਸੇ ਸੁਹੰਤੀਆ। ਜਦੋਂ ਤੋਂ ਖਸਮ ਦੇ ਕੰਠ ਲੱਗੇ ਆ, ਉਦੋਂ ਤੋਂ ਇਹ ਜੀਵਨ ਰੂਪ ਸੇਜਾ ਆਤਮਿਕ ਆਨੰਦ ਸਾਨੂੰ ਪ੍ਰਾਪਤ ਹੋਇਆ ਹੈ। ਪ੍ਰਭ ਦ੍ਰਿਸ਼ਟ ਧਾਰੀ ਮਿਲੇ ਮੁਰਾਰੀ, ਸਗਲ ਕਲਮਲ ਪਏ ਹਾਨ। ਪ੍ਰਭੂ ਨੇ ਕਿਰਪਾ ਕੀਤੀ, ਆਪਣੀ ਦਇਆ ਦ੍ਰਿਸ਼ਟੀ ਕੀਤੀ, ਸਾਰੇ ਦੇ ਸਾਰੇ ਪਾਪ ਜਿਹੜੇ ਨੇ ਜੀਵਨ ਵਿੱਚੋਂ ਮੁੱਕ ਗਏ। ਬਿਨਵੰਤ ਨਾਨਕ ਮੇਰੀ ਆਸ ਪੂਰਨ, ਮਿਲੇ ਸ਼੍ਰੀ ਧਰ ਗੁਰ ਨਿਧਾਨ। ਅਖੀਰ ਤੇ ਬੇਨਤੀ ਕਰਦੇ ਨੇ, ਪ੍ਰਭੂ ਜੀ ਆਪ ਜੀ ਕੇ ਚਰਨਾਂ ਵਿੱਚ ਅਰਦਾਸ ਹੈ, ਆਪ ਜੀ ਕੇ ਚਰਨਾਂ ਦੀ ਟੇਕ ਲੈਂਦੇ ਹਾਂ, ਆਪ ਜੀ ਕੇ ਚਰਨਾਂ ਦਾ ਆਸਰਾ ਲੈਂਦੇ ਹਾਂ। ਮੇਰੀ ਆਸ ਪੂਰਨ, ਮਿਲੇ ਸ਼੍ਰੀ ਧਰ ਗੁਣ ਨਿਧਾਨ। ਸਾਨੂੰ ਗੁਣੀ ਨਿਧਾਨ ਪਰਮਾਤਮਾ ਪ੍ਰਭੂ ਜੀ ਮਿਲੇ, ਜਿਹਦੇ ਨਾਲ ਜੀਵਨ ਸਫਲ ਹੋਇਆ। ਸੋ ਆਪ ਸਮੂਹ ਸੰਗਤਾਂ ਗੁਰਦੁਆਰਾ ਪਾਤਸ਼ਾਹੀ ਦਸਵੀਂ ਨਾਢਾ ਸਾਹਿਬ, ਜਿਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਸਥਾਨ 'ਤੇ ਹਾਜ਼ਰੀ ਭਰ ਕੇ ਗੁਰੂ ਕੀ ਬਾਣੀ ਕੀਰਤਨ ਵਿਚਾਰ ਦਾ ਆਨੰਦ ਮਾਣਿਆ ਹੈ, ਤਹਿ ਦਿਲੋਂ ਧੰਨਵਾਦ ਹੈ ਸਮੂਹ ਸੰਗਤਾਂ ਦਾ। ਕੋਟਾਨ ਕੋਟ ਸ਼ੁਕਰਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੇ